हाँ जी दोस्तों, क्लास 11वीं ਦਾ ਹੈਗਾ 15 ਮਾਰਚ ਨੂੰ ਇਤਿਹਾਸ ਦਾ ਪੇਪਰ ਯਾਨੀ ਕਿ ਹਿਸਟਰੀ ਦਾ ਪੇਪਰ। ਤਾਂ ਦੋਸਤੋ ਸਾਡੇ ਕੋਲ ਇੱਕ ਇਹ ਪੇਪਰ ਪਹੁੰਚਿਆ ਵਾ, ਇਹ ਵਿਦ ਸੋਲੂਸ਼ਨ ਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਰੇ ਆਨਸਰ ਪਹਿਲਾਂ ਤੋਂ ਹੀ ਦੋਸਤੋ ਸੋਲਵ ਹੈਗੇ ਆ ਤੇ ਦੋਸਤੋ ਮੈਂ ਆਪਣੇ ਵੱਲੋਂ ਵੀ ਲੱਭ ਲਏ ਹਨ ਜਿਹੜੇ ਇਹਨਾਂ ਦੇ ਆਨਸਰ ਨਹੀਂ ਜਿਹੜੇ ਹੈਗੇ ਸੋਲਵ ਸੀਗੇ। ਠੀਕ ਹੈ ਜੀ, ਤਾਂ ਦੋਸਤੋ ਪੂਰੀ ਰਿਵੀਜ਼ਨ ਤੁਹਾਡੀ ਕਰਾ ਦਿੰਦੇ ਆ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਲਾਸ 11ਵੀਂ ਇਤਿਹਾਸ ਪੇਪਰ, ਠੀਕ ਹੈ, 3 ਘੰਟੇ ਦਾ ਸਮਾਂ ਮਿਲੇਗਾ। 80 ਨੰਬਰ ਦਾ ਇਹ ਪੇਪਰ ਆਏਗਾ, 27 ਅੰਕ ਅਗਰ ਤੁਹਾਡੇ ਆ ਗਏ ਤਾਂ ਤੁਸੀਂ ਪਾਸ ਹੋ ਜਾਓਗੇ। ਅੱਗੇ ਦੋਸਤੋ ਦੇਖੋ, ਸਭ ਤੋਂ ਪਹਿਲਾਂ ਭਾਗ ਊੜਾ ਦੇਖ ਲੈਂਦੇ ਆ, ਬਹੁ ਵਿਕਲਪੀ ਪ੍ਰਸ਼ਨ ਨੇ। ਤਾਂ ਪਹਿਲਾ ਪ੍ਰਸ਼ਨ ਦੋਸਤੋ ਕੀ ਹੈ ਕਿ ਸਿੰਧ ਘਾਟੀ ਸਭਿਅਤਾ ਦਾ ਦੋਸਤੋ ਜਿਹੜਾ ਹੈਗਾ ਵਿਸ਼ਾਲ ਇਸ਼ਨਾਨ ਘਰ ਕਿਸ ਨਗਰ ਵਿੱਚ ਸੀ। ਤਾਂ ਦੋਸਤੋ ਇਹ ਜਿਹੜਾ ਹੈਗਾ ਆਪਣਾ ਮੋਹਿੰਜੋ ਦੜੋ ਦੇ ਵਿੱਚ ਸੀਗਾ। ਠੀਕ ਹੈ ਜੀ, ਤੇ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਕਿ ਆਰਿਆ ਦੇ ਜਿਹੜੇ ਹੈਗੇ ਮੂਲ ਨਿਵਾਸ ਸਥਾਨ ਸੰਬੰਧੀ ਮੱਧ ਏਸ਼ੀਆ ਦਾ ਸਿਧਾਂਤ ਜਿਹੜਾ ਹੈਗਾ ਕਿਸ ਵਿਦਵਾਨ ਨੇ ਦਿੱਤਾ ਸੀ। ਤਾਂ ਦੋਸਤੋ ਇਹ ਜਿਹੜਾ ਹੈਗਾ ਵਾ ਦੇਖ ਸਕਦੇ ਹੋ ਪ੍ਰੋਫੈਸਰ ਮੈਕਸ ਮੁਲਰ ਨੇ ਜਿਹੜਾ ਹੈਗਾ ਇਹ ਦਿੱਤਾ ਸੀ। ਅਗਲਾ ਦੋਸਤੋ ਕੀ ਹੈ ਕਿ ਤ੍ਰਿਰਤਨ ਦਾ ਸਿਧਾਂਤ ਕਿਸ ਧਰਮ ਨਾਲ ਸੰਬੰਧਿਤ ਹੈ। ਤਾਂ ਦੋਸਤੋ ਇਹ ਬੁੱਧ ਧਰਮ ਨਾਲ ਸੰਬੰਧਿਤ ਹੈ। ਅਗਲਾ ਪ੍ਰਸ਼ਨ ਅਰਥ ਸ਼ਾਸਤਰ ਪੁਸਤਕ ਦਾ ਲੇਖਕ ਕੌਣ ਹੈ। ਤਾਂ ਦੋਸਤੋ ਕੌਟਿਲਯ ਇਸ ਦਾ ਲੇਖਕ ਹੈ। ਅਗਲਾ ਦੋਸਤੋ ਕਿ ਕਿਸ ਸ਼ਾਸਕ ਨੂੰ ਭਾਰਤੀ ਨੈਪੋਲੀਅਨ ਕਿਹਾ ਜਾਂਦਾ ਹੈ। ਤਾਂ ਦੋਸਤੋ ਇਹਦਾ ਆਨਸਰ ਆਏਗਾ ਦੋਸਤੋ ਆਪਣਾ ਸਮੁਦਰ ਗੁਪਤ ਨੂੰ। ਠੀਕ ਹੈ ਜੀ, ਅਗਲਾ ਦੋਸਤੋ ਪ੍ਰਸ਼ਨ ਕੀ ਹੈ ਕਿ ਹਰਸ਼ਵਰਧਨ ਕਦੋਂ ਜਿਹੜਾ ਹੈਗਾ ਸਿੰਘਾਸਨ ਤੇ ਬੈਠਿਆ ਸੀ। ਤਾਂ ਦੋਸਤੋ 606 ਈਸਵੀ ਦੇ ਵਿੱਚ। ਅੱਗੇ ਹੈ ਆਪਣਾ ਮਹਿਮੂਦ ਗਜਨਵੀ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ। ਤਾਂ ਦੋਸਤੋ 17 ਹਮਲੇ ਕੀਤੇ। ਅੱਗੇ ਹੈ ਆਪਣਾ ਅਗਲਾ ਪ੍ਰਸ਼ਨ ਲਹੂ ਅਤੇ ਲੋਹੇ ਦੀ ਨੀਤੀ ਕਿਸ ਸੁਲਤਾਨ ਨੇ ਅਪਣਾਈ ਸੀ। ਤਾਂ ਦੋਸਤੋ ਬਲਬਨ ਨੇ ਅਪਣਾਈ ਸੀ। ਅੱਗੇ ਹੈ ਭਗਤ ਕਬੀਰ ਜੀ ਦਾ ਜਨਮ ਜਿਹੜਾ ਹੈਗਾ ਕਿੱਥੇ ਹੋਇਆ ਸੀ। ਤਾਂ ਦੋਸਤੋ ਇਹ ਜਿਹੜਾ ਹੈਗਾ ਬਨਾਰਸ ਦੇ ਵਿੱਚ ਹੋਇਆ ਸੀਗਾ, ਯਾਨੀ ਕਿ ਅੱਜ ਦੇ ਟਾਈਮ ਦੇ ਵਿੱਚ ਗੱਲ ਕਰੀਏ ਤਾਂ ਉਹਦਾ ਨਾਮ ਵਾਰਾਣਸੀ ਹੈਗਾ ਵਾ। ਅੱਗੇ ਹੈ ਦੋਸਤੋ ਬੰਦੀ ਛੋੜ ਬਾਬਾ ਕਿਸ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਹੈ। ਤਾਂ ਦੋਸਤੋ ਇਹ ਜਿਹੜਾ ਹੈਗਾ ਵਾ ਆਪਣੇ ਗੁਰੂ ਹਰਗੋਬਿੰਦ ਜੀ ਨੂੰ ਕਿਹਾ ਜਾਂਦਾ ਵਾ। ਅੱਗੇ ਹੈ ਦੋਸਤੋ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਸੀ। ਤਾਂ 1526 ਈਸਵੀ ਦੇ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ। ਮੁਗਲ ਕਾਲ ਸਮੇਂ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ। ਤਾਂ ਦੋਸਤੋ ਵਕੀਲ, ਜਾਂ ਫਿਰ ਦੋਸਤੋ ਅਗਰ ਤੁਹਾਨੂੰ ਵਜ਼ੀਰ ਆ ਜਾਵੇ ਨਾ ਤਾਂ ਉਹ ਵੀ ਤੁਸੀਂ ਟਿਕ ਲਾ ਦੇਣਾ ਵਾ। ਠੀਕ ਹੈ ਜੀ, ਵਕੀਲ ਜਾਂ ਫਿਰ ਵਜ਼ੀਰ। ਠੀਕ ਹੈ ਜੀ, ਤੇ ਹੁਣ ਦੋਸਤੋ ਅਗਲਾ ਪ੍ਰਸ਼ਨ ਦੇਖੋ ਕੀ ਹੈ, ਸ਼ਿਵਾ ਜੀ ਦਾ ਜਿਹੜਾ ਹੈਗਾ ਜਨਮ ਕਦੋਂ ਹੋਇਆ ਸੀਗਾ। ਤਾਂ ਦੋਸਤੋ 1630 ਈਸਵੀ ਦੇ ਵਿੱਚ। ਤੇ ਜਾਂ ਫਿਰ ਦੋਸਤੋ ਇਹਦਾ ਵਿੱਚ ਨਾ ਕਨਫਿਊਜ਼ਨ ਆ, 1630 ਈਸਵੀ ਕਿੱਥੇ ਲਿਖਿਆ ਹੋਇਆ ਵਾ ਤੇ ਕਿੱਥੇ ਨਾ 1627 ਵੀ ਲਿਖਿਆ ਹੋਇਆ ਵਾ। ਠੀਕ ਹੈ ਜੀ, ਅਗਰ ਦੋਸਤੋ ਤੁਹਾਨੂੰ ਲੱਗਦਾ ਕਿ ਇਹਦਾ ਆਨਸਰ 1630 ਹੈ ਤਾਂ ਚਲੋ ਕੋਈ ਨਹੀਂ, ਅਗਰ ਤੁਹਾਨੂੰ ਲੱਗਦਾ ਕਿ 1627 ਆਉਣਾ ਵਾ ਤਾਂ ਤੁਸੀਂ ਮੈਨੂੰ ਦੱਸ ਦਿਓ। ਠੀਕ ਹੈ ਜੀ, ਕਿਉਂਕਿ ਦੋਸਤੋ ਕਈ ਜਗ੍ਹਾ ਤੇ ਜਿਹੜਾ ਹੈਗਾ 1627 ਜਾਂ ਫਿਰ ਦੋਸਤੋ 1630 ਜਿਹੜਾ ਹੈਗਾ ਲਿਖਿਆ ਹੋਇਆ ਵਾ। ਠੀਕ ਹੈ ਜੀ, ਅਗਲਾ ਪ੍ਰਸ਼ਨ ਕੀ ਹੈ, ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਮ ਸੀਗਾ। ਠੀਕ ਹੈ ਜੀ, ਤਾਂ ਉਸਦਾ ਨਾਮ ਸੀਗਾ ਲੋਹਗੜ੍ਹ। ਠੀਕ ਹੈ, ਉਹਨਾਂ ਦੀ ਰਾਜਧਾਨੀ ਦਾ। ਅਗਲਾ ਪ੍ਰਸ਼ਨ ਹੈ ਦੋਸਤੋ ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦੇ ਸਨ। ਤਾਂ ਦੋਸਤੋ ਉਹ ਸ਼ੁਕਰ ਚੱਕੀਆ ਮਿਸਲ ਨਾਲ ਸੰਬੰਧ ਰੱਖਦੇ ਸੀ। ਅਗਲਾ ਪ੍ਰਸ਼ਨ ਕਿ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਸੰਸਥਾਪਕ ਕੌਣ ਸੀ। ਤਾਂ ਦੋਸਤੋ ਲਾਰਡ ਕਲਾਈਵ। ਤੇ ਦੋਸਤੋ ਇੱਕ ਹੋਰ ਇੰਪੋਰਟੈਂਟ ਗੱਲ ਹੈ, ਜਿਹੜਾ ਲਾਰਡ ਕਲਾਈਵ ਆ ਨਾ, ਠੀਕ ਹੈ ਜੀ, ਇਹਦਾ ਨਾਮ ਨਾ ਰੋਬਰਟ ਕਲਾਈਵ ਵੀ ਹੋ ਸਕਦਾ ਵਾ। ਠੀਕ ਹੈ ਜੀ, ਕਿਉਂਕਿ ਦੋਸਤੋ ਮੈਂ ਚੈੱਕ ਕੀਤਾ ਵਾ ਤਾਂ ਰੋਬਰਟ ਕਲਾਈਵ ਹੀ ਇਸ ਦਾ ਨਾਮ ਆਂਦਾ ਵਾ। ਠੀਕ ਹੈ, ਤਾਂ ਦੋਸਤੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਵਾ। ਅੱਗੇ ਹੈ ਦੋਸਤੋ ਬੰਗਾਲ ਦੀ ਜਿਹੜੀ ਹੈਗੀ ਸਥਾਈ ਬੰਦੋਬਸਤ ਕਿਸ ਨੇ ਲਾਗੂ ਕੀਤਾ ਸੀ। ਤਾਂ ਲਾਰਡ ਕਾਰਨਵਾਲਿਸ ਨੇ ਜਿਹੜਾ ਹੈਗਾ ਲਾਗੂ ਕੀਤਾ ਸੀ। ਅੱਗੇ ਹੈ ਦੋਸਤੋ ਬ੍ਰਹਮੋ ਸਮਾਜ ਦੇ ਮੋਢੀ ਕੌਣ ਸਨ। ਤਾਂ ਦੋਸਤੋ ਰਾਜਾ ਰਾਮ ਮੋਹਨ ਰਾਏ। ਅੱਗੇ ਹੈ 1857 ਈਸਵੀ ਦੇ ਵਿਦਰੋਹ ਦੇ ਤਤਕਾਲੀ ਕਾਰਨ ਕੀ ਸੀ। ਤਾਂ ਦੋਸਤੋ ਚਰਬੀ ਵਾਲੇ ਕਾਰਤੂਸ ਇਸ ਦਾ ਆਨਸਰ ਆਏਗਾ। ਸਾਈਮਨ ਕਮਿਸ਼ਨ ਭਾਰਤ ਕਦੋਂ ਆਇਆ ਸੀ। ਤਾਂ ਦੋਸਤੋ 1928 ਈਸਵੀ ਦੇ ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ ਸੀ। ਅਗਲਾ ਪ੍ਰਸ਼ਨ ਦੋਸਤੋ ਭਾਗ ਆੜਾ ਹੈ। ਤਾਂ ਦੇਖੋ ਦੋਸਤੋ ਖਾਲੀ ਥਾਵਾਂ ਨੇ। ਪਹਿਲਾ ਪ੍ਰਸ਼ਨ ਕੀ ਹੈ ਕਿ ਡੈਸ਼ ਆਰਿਆ ਦਾ ਦੋਸਤੋ ਸਭ ਤੋਂ ਪੁਰਾਣਾ ਵੇਦ ਹੈ, ਯਾਨੀ ਕਿ ਰਿਗਵੇਦ ਜਿਹੜਾ ਹੈ ਆਰਿਆ ਦਾ ਸਭ ਤੋਂ ਪੁਰਾਣਾ ਵੇਦ ਹੈ। ਅੱਗੇ ਹੈ ਦੋਸਤੋ ਆਪਣਾ ਕਦਮਬੁਰੀ। ਠੀਕ ਹੈ ਜੀ, ਕਦਮਬੁਰੀ ਪੁਸਤਕ ਦਾ ਲੇਖਕ ਜਿਹੜਾ ਹੈਗਾ ਡੈਸ਼ ਸੀ। ਤਾਂ ਦੋਸਤੋ ਬਨ ਭੱਟ ਜਿਹੜਾ ਸੀਗਾ ਦੋਸਤੋ ਲੇਖਕ ਸੀਗਾ ਇਹ ਵਾਲੇ ਕਿਤਾਬ ਦਾ। ਠੀਕ ਹੈ ਜੀ, ਅਗਲਾ ਦੇਖੋ ਕਿ ਬਈ ਤੁਹਾਡਾ ਹੈਗਾ ਬਈਆ ਥਰਡ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਦੋਸਤੋ ਜਿਹੜਾ ਹੈਗਾ 1604 ਈਸਵੀ ਵਿੱਚ ਕੀਤਾ ਸੀਗਾ। ਠੀਕ ਹੈ ਜੀ, ਅੱਗੇ ਡੈਸ਼ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਕੌਣ ਸੀ। ਤਾਂ ਦੋਸਤੋ ਸਿਰਾਜ ਉਦ ਦੌਲਾ, ਜੋ ਕਿ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਸੀ। ਅੱਗੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਦੋਸਤੋ ਜਿਹੜੀ ਹੈਗੀ ਆ ਭਗਤ ਸਿੰਘ ਦੁਆਰਾ ਜਿਹੜੀ ਹੈਗੀ ਕੀਤੀ ਗਈ ਸੀ। ਕਦੋਂ 1926 ਦੇ ਵਿੱਚ। ਠੀਕ ਹੈ ਜੀ, ਅੱਗੇ ਦੋਸਤੋ ਠੀਕ ਜਗ੍ਹਾ ਗੱਲ ਤਾਂ ਦੇਖੋ ਸਿੰਧ ਘਾਟੀ ਸਭਿਅਤਾ ਦੀ ਲਿਪੀ ਚਿੱਤਰਮਈ ਸੀ। ਤਾਂ ਦੋਸਤੋ ਬਿਲਕੁਲ ਸਹੀ ਆ, ਇਹ ਚਿੱਤਰਮਈ ਹੈ। ਅੱਗੇ ਹੈ ਮਹਾਤਮਾ ਬੁੱਧ ਜੀ ਨੇ ਅਸ਼ਟਮਾਰਗ ਤੇ ਚੱਲਣ ਦਾ ਜਿਹੜਾ ਉਪਦੇਸ਼ ਦਿੱਤਾ। ਤਾਂ ਦੋਸਤੋ ਬਿਲਕੁਲ ਹੀ ਇਹ ਸਹੀ ਆ। ਠੀਕ ਹੈ ਜੀ, ਤੇ ਅਗਰ ਤੁਹਾਨੂੰ ਲੱਗਦਾ ਕਿ ਇਸ ਦਾ ਨਹੀਂ ਦਿੱਤਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਜਿੱਥੇ ਤੱਕ ਮੈਂ ਪੜ੍ਹਿਆ, ਜਿੱਥੇ ਤੱਕ ਮੈਨੂੰ ਲੱਗਿਆ ਕਿ ਹਾਂ ਇਹਦਾ ਆਨਸਰ ਦੋਸਤੋ ਇਹੀ ਸਹੀ ਆਵੇਗਾ ਕਿ ਉਹਨਾਂ ਨੇ ਹੀ ਕਿਹਾ ਸੀਗਾ ਕਿ ਅਸ਼ਟਮਾਰਗ ਤੇ ਚਲੋ, ਬਾਕੀ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ। ਠੀਕ ਹੈ ਜੀ, ਅੱਗੇ ਹੈ ਦੋਸਤੋ ਤੀਸਰਾ ਪ੍ਰਸ਼ਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀ। ਤਾਂ ਦੋਸਤੋ ਇਹ ਗਲਤ ਆ, ਕਿਉਂਕਿ ਦੋਸਤੋ ਗੁਰੂ ਅਮਰਦਾਸ ਜੀ ਨੇ ਕੀਤੀ ਸੀ। ਅੱਗੇ ਦੋਸਤੋ ਜਹਾਂਗੀਰ ਨੇ ਹੈ ਜਿਹੜਾ ਆਗਰਾ ਵਿਖੇ ਤਾਜ ਮਹਿਲ ਦਾ ਨਿਰਮਾਣ ਕੀਤਾ ਸੀ। ਤਾਂ ਦੋਸਤੋ ਗਲਤ। ਠੀਕ ਹੈ ਜੀ, ਜਹਾਂਗੀਰ ਨੇ ਨਹੀਂ ਕੀਤਾ ਸੀਗਾ, ਸ਼ਾਹਜਹਾਂ ਨੇ ਕੀਤਾ ਸੀ।
ਅੱਗੇ ਨਾਮਧਾਰੀ ਲਹਿਰ ਦੀ ਸਥਾਪਨਾ ਬਾਬਾ ਰਾਮ ਸਿੰਘ ਜੀ ਨੇ ਕੀਤੀ ਸੀ, ਤਾਂ ਦੋਸਤੋ ਬਿਲਕੁਲ ਸਹੀ ਆ, ਠੀਕ ਹੈ ਜੀ, ਉਹਨਾਂ ਨੇ ਹੀ ਕੀਤੀ ਸੀਗੀ। ਅਗਲਾ ਦੋਸਤੋ ਭਾਗ ਈਡੀ ਦੇ ਵਿੱਚੋਂ ਪ੍ਰਸ਼ਨ ਆ, ਤਾਂ ਦੇਖੋ ਪਹਿਲਾ ਪ੍ਰਸ਼ਨ ਕੀ ਹੈ ਕਿ ਸਿੰਧ ਘਾਟੀ ਸਭਿਅਤਾ ਦੇ ਪਤਨ ਦੇ 3 ਕਾਰਨ ਦੱਸੋ। ਤਾਂ ਦੋਸਤੋ ਦੇਖੋ ਆਹੀ ਤੁਹਾਡਾ ਪ੍ਰਸ਼ਨ ਹੈ ਨਾ ਕਿ ਸਿੰਧ ਘਾਟੀ ਦੇ ਸਭਿਅਤਾ ਦੇ ਪਤਨ ਕਿਵੇਂ ਹੋਇਆ, ਫਿਰ ਉਹਨਾਂ ਦੇ ਕਾਰਨ ਦੱਸੋ। ਤਾਂ ਦੇਖੋ ਦੋਸਤੋ ਸਭ ਤੋਂ ਪਹਿਲਾ ਕਾਰਨ ਸੀ ਸਿੰਧ ਨਦੀ ਵਿੱਚ ਭਿਆਨਕ ਹੜ੍ਹ ਆਉਣਾ, ਵਾਰ-ਵਾਰ ਭੂਚਾਲ ਆਉਣਾ, ਮਹਾਮਾਰੀ ਦਾ ਫੈਲਣਾ, ਸਿੰਧ ਨਦੀ ਦੁਆਰਾ ਰਸਤਾ ਬਦਲ ਲੈਣਾ, ਸੋਕਾ ਪੈ ਜਾਣਾ ਤੇ ਆਰਿਆ ਲੋਕਾਂ ਦੇ ਹਮਲੇ। ਅਗਲਾ ਦੋਸਤੋ ਪ੍ਰਸ਼ਨ ਕੀ ਹੈ ਕਿ ਮਹਾਵੀਰ ਜੈਨ ਦੀਆਂ ਸਿੱਖਿਆਵਾਂ ਬਾਰੇ ਦੱਸੋ। ਤਾਂ ਦੋਸਤੋ ਦੇਖੋ ਆਹੀ ਪ੍ਰਸ਼ਨ ਹੈ ਤੁਹਾਡਾ, ਮਹਾਵੀਰ ਜੀ ਦੀਆਂ ਸਿੱਖਿਆਵਾਂ ਬਾਰੇ ਦੱਸੋ। ਤਾਂ ਦੇਖੋ ਸਭ ਤੋਂ ਪਹਿਲਾ ਪੁਆਇੰਟ ਆ ਤ੍ਰਿਰਤਨ, ਠੀਕ ਹੈ ਜੀ। ਤਾਂ ਸਵਾਮੀ ਮਹਾਵੀਰ ਜੀ ਦੇ ਅਨੁਸਾਰ ਨਿਰਵਾਣ ਪ੍ਰਾਪਤੀ ਲਈ ਮਨੁੱਖ ਨੂੰ ਜਿਹੜਾ ਹੈਗਾ 3 ਰਤਨਾਂ ਉੱਤੇ ਚੱਲਣਾ ਚਾਹੀਦਾ ਹੈ। ਪਹਿਲਾ ਰਤਨ ਜਿਹੜਾ ਹੈਗਾ ਸੱਚੀ ਸਰਦਾ, ਭਾਵ ਜੈਨ ਧਰਮ ਦੇ 24 ਤੀਰਥੰਕਰਾਂ ਤੇ ਵਿਸ਼ਵਾਸ ਹੋਵੇ। ਦੂਸਰਾ ਰਤਨ ਸੱਚਾ ਗਿਆਨ, ਭਾਵ ਤੀਰਥੰਕਰਾਂ ਰਾਹੀਂ ਦਿੱਤੇ ਉਪਦੇਸ਼ਾਂ ਤੇ ਸੱਚਾ ਜਿਹੜਾ ਹੈਗਾ ਗਿਆਨ ਹਾਸਲ ਕਰਨਾ। ਤੀਸਰਾ ਰਤਨ ਦੋਸਤੋ ਸੱਚਾ ਆਚਰਣ, ਭਾਵ ਮਨੁੱਖ ਨੂੰ ਜਿਹੜਾ ਹੈਗਾ ਹਮੇਸ਼ਾ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਦੂਸਰਾ ਪੁਆਇੰਟ ਅਹਿੰਸਾ, ਜੈਨ ਧਰਮ ਵਿੱਚ ਅਹਿੰਸਾ ਦਾ ਬਹੁਤ ਹੀ ਮਹੱਤਵ ਹੈ। ਅਹਿੰਸਾ ਤੋਂ ਭਾਵ ਹੈ ਕਿਸੇ ਵੀ ਜਿਹੜੀ ਹੈਗੀ ਜਾਨਦਾਰ ਚੀਜ਼ ਨੂੰ ਕਸ਼ਟ ਨਾ ਦੇਣਾ। ਇਸ ਉਦੇਸ਼ ਨਾਲ ਜਿਹੜਾ ਹੈਗਾ ਵਾ ਜੈਨੀ ਨੰਗੇ ਪੈਰੀ ਚੱਲਦੇ ਹਨ, ਮੂੰਹ ਤੇ ਪੱਟੀ ਬੰਨ੍ਹਦੇ ਹਨ, ਠੀਕ ਹੈ, ਪਾਣੀ ਛਾਣ ਕੇ ਪੀਂਦੇ ਹਨ। ਅੱਗੇ ਹੈ ਦੋਸਤੋ ਆਪਣਾ ਅਗਲਾ ਮਤਲਬ ਪੁਆਇੰਟ ਆ ਕਠੋਰ ਤਪ, ਠੀਕ ਹੈ ਜੀ। ਤਾਂ ਜੈਨ ਮਤ ਅਨੁਸਾਰ ਦੋਸਤੋ ਕਠੋਰ ਤਪ ਨਾਲ ਹੀ ਮਨੁੱਖ ਨਿਰਵਾਣ ਪ੍ਰਾਪਤ ਕਰ ਸਕਦਾ ਹੈ। ਇਸ ਲਈ ਦੋਸਤੋ ਜੈਨੀ ਪਰੋਕਰ ਆਪਣੇ ਸਰੀਰ ਨੂੰ ਬਹੁਤ ਕਸ਼ਟ ਦਿੰਦੇ ਹਨ। ਅੱਗੇ ਹੈ ਦੋਸਤੋ 5 ਅਨੁਵਰਤ। ਤਾਂ ਜੈਨ ਅਤੇ ਅਨੁਸਾਰ ਦੋਸਤੋ ਜੈਨ ਮਤ ਅਨੁਸਾਰ ਮਨੁੱਖ ਨੂੰ ਆਪਣੇ ਜੀਵਨ ਵਿੱਚ 5 ਅਨੁਵਰਤਾਂ ਦੀ ਜਿਹੜੀ ਹੈਗੀ ਪਾਲਣਾ ਕਰਨੀ ਚਾਹੀਦੀ ਹੈ। ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਹੈ, ਅਹਿੰਸਾ ਦੀ ਨੀਤੀ ਉੱਤੇ ਚੱਲਣਾ ਚਾਹੀਦਾ ਹੈ, ਦਾਨ ਵਿੱਚ ਪ੍ਰਾਪਤ ਵਸਤੂਆਂ ਹੀ ਆਪਣੇ ਕੋਲ ਰੱਖਣੀ ਚਾਹੀਦੀ ਹੈ, ਧਨ ਕੋਲ ਨਾ ਰੱਖਣਾ, ਬ੍ਰਹਮਚਾਰੀਆ ਦਾ ਜਿਹੜਾ ਹੈਗਾ ਪਾਲਣ ਕਰਨਾ, ਠੀਕ ਹੈ ਜੀ। ਤਾਂ ਹੁਣ ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ ਕਿ ਬਈ ਜਿਹੜਾ ਹੈਗਾ ਮੌਰਿਆ ਸਾਮਰਾਜ ਦੇ ਪਤਨ ਦੇ 3 ਕਾਰਨ ਦੱਸੋ। ਤਾਂ ਦੋਸਤੋ ਚਲੋ ਦੇਖਦੇ ਆ। ਤਾਂ ਦੇਖੋ ਮੌਰਿਆ ਸਾਮਰਾਜ ਦੇ ਪਤਨ ਦੇ ਕੀ ਕਾਰਨ ਨੇ। ਤਾਂ ਦੇਖੋ ਅਸ਼ੋਕ ਦੇ ਉੱਤਰਾਧਿਕਾਰੀ ਕਮਜ਼ੋਰ ਨਿਕਲੇ, ਜ਼ਿਆਦਾ ਸਮਾਂ ਯੁੱਧ ਨਾ ਕਰਨ ਕਾਰਨ ਸੈਨਾ ਕਮਜ਼ੋਰ ਹੋ ਗਈ, ਸਾਮਰਾਜ ਵਿਸ਼ਾਲ ਹੋਣ ਕਾਰਨ ਇਸ ਨੂੰ ਸੰਭਾਲਣਾ ਜਿਹੜਾ ਹੈਗਾ ਬਹੁਤ ਔਖਾ ਸੀ, ਠੀਕ ਹੈ। ਤਾਂ ਇਹ 3 ਕਾਰਨ ਹੋ ਗਏ। ਅੱਗੇ ਦੋਸਤੋ ਸੂਫੀਆ ਦੇ ਦੋਸਤੋ ਜਿਹੜਾ ਹੈਗਾ ਬੁਨਿਆਦੀ ਵਿਸ਼ਵਾਸ ਕੀ ਸਨ। ਤਾਂ ਦੋਸਤੋ ਆਹ ਦੇਖੋ ਆਹੀ ਪ੍ਰਸ਼ਨ ਹੈ ਨਾ ਤੁਹਾਡਾ, ਸੂਫੀਆ ਦੇ ਬੁਨਿਆਦੀ ਵਿਸ਼ਵਾਸ ਕੀ ਸਨ। ਤਾਂ ਦੋਸਤੋ ਦੇਖੋ ਸੂਫੀਆ ਅਨੁਸਾਰ ਅੱਲਾ ਇੱਕ ਹੈ, ਠੀਕ ਹੈ ਜੀ, ਉਹ ਸਰਬ ਸ਼ਕਤੀਮਾਨ ਹੈ। ਅੱਲਾ ਨੂੰ ਪ੍ਰਾਪਤ ਕਰਨ ਲਈ ਪੀਰ ਜਾਂ ਫਿਰ ਗੁਰੂ ਦਾ ਹੋਣਾ ਜ਼ਰੂਰੀ ਹੈ। ਅੱਲਾ ਨੂੰ ਪ੍ਰਾਪਤ ਕਰਨ ਲਈ ਪ੍ਰੇਮ ਭਾਵਨਾ ਹੋਣਾ ਜ਼ਰੂਰੀ ਹੈ। ਸੂਫੀ ਅੱਲਾ ਨੂੰ ਖੁਸ਼ ਕਰਨ ਲਈ ਸੰਗੀਤ ਦਾ ਸਹਾਰਾ ਲੈਂਦੇ ਹਨ। ਉਹਨਾਂ ਨੇ ਕਵਾਲੀ ਦੀ ਜਿਹੜੀ ਹੈਗੀ ਪਰੰਪਰਾ ਚਲਾਈ। ਉਹ ਜਾਤ ਪਾਤ ਵਿੱਚ ਯਕੀਨ ਨਹੀਂ ਰੱਖਦੇ, ਉਹ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦੇ ਸਨ। ਤਾਂ ਦੋਸਤੋ ਇਹ ਆਨਸਰ ਇਸ ਪ੍ਰਕਾਰ ਤੁਸੀਂ ਲਿਖ ਸਕਦੇ ਹੋ। ਅਗਲਾ ਪ੍ਰਸ਼ਨ ਦੋਸਤੋ ਕੀ ਹੈ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦੇ ਜਿਹੜੇ ਹੈਗੇ ਕੋਈ 3 ਕਾਰਨ ਦੱਸੋ। ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾ ਕਾਰਨ ਇਹੀ ਹੈ ਕਿ ਔਰੰਗਜ਼ੇਬ ਇੱਕ ਕੱਟੜ ਸੁੰਨੀ ਮੁਸਲਮਾਨ ਸੀਗਾ, ਠੀਕ ਹੈ ਜੀ, ਆਹੀ ਤੁਹਾਡਾ ਪ੍ਰਸ਼ਨ ਆ, ਦੇਖ ਲਓ ਉੱਪਰ। ਦੂਸਰਾ ਪੁਆਇੰਟ ਨਕਸਲਬੰਦੀ ਮੁਸਲਮਾਨਾਂ ਨੇ ਗੁਰੂ ਸਾਹਿਬ ਖਿਲਾਫ ਔਰੰਗਜ਼ੇਬ ਨੂੰ ਸ਼ਿਕਾਇਤ ਕਰਨੀਆਂ ਸ਼ੁਰੂ ਕਰ ਦਿੱਤੀ। ਅਗਲਾ ਪੁਆਇੰਟ ਦੋਸਤੋ ਦੇਖੋ ਕਿ ਇਹ ਤੀਸਰਾ ਪੁਆਇੰਟ ਕਿ ਗੁਰੂ ਤੇਗ ਬਹਾਦਰ ਜੀ ਦੇ ਯਤਨਾਂ ਕਾਰਨ ਭਾਰੀ ਗਿਣਤੀ ਵਿੱਚ ਲੋਕ ਸਿੱਖ ਧਰਮ ਵਿੱਚ ਸ਼ਾਮਿਲ ਹੋ ਗਏ। ਇਹ ਗੱਲ ਔਰੰਗਜ਼ੇਬ ਅਤੇ ਕੱਟੜ ਮੁਸਲਮਾਨਾਂ ਨੂੰ ਮਨਜ਼ੂਰ ਨਹੀਂ ਸੀ, ਠੀਕ ਹੈ ਜੀ। ਤੇ ਦੂਸਰਾ ਆਪਣਾ ਅਗਲਾ ਪ੍ਰਸ਼ਨ ਦੇਖੋ ਕੀ ਹੈ ਦੋਸਤੋ ਕਿ ਮਜਹਰ ਜਿਹੜਾ ਹੈਗਾ ਦੋਸਤੋ ਆਪਣਾ ਮਜਹਰ ਤੋਂ ਕੀ ਭਾਵ ਹੈ, ਇਸ ਦਾ ਮਹੱਤਵ ਬਿਆਨ ਕਰੋ। ਤਾਂ ਦੋਸਤੋ ਦੇਖੋ ਇਸ ਦਾ ਆਨਸਰ, ਤਾਂ ਦੇਖੋ ਦੋਸਤੋ ਮਜਹਰ, ਪਹਿਲਾਂ ਆਪਾਂ ਸ਼ਾਇਦ ਇੱਕ ਕੁਐਸਚਨ ਮਿਸਿੰਗ ਕਰਤਾ, ਕੋਈ ਮੈਨੂੰ ਲੱਗਦਾ ਨਹੀਂ, ਠੀਕ ਹੈ ਜੀ, ਮਜਹਰ ਹੀ ਆਪਣਾ ਇਹ ਪ੍ਰਸ਼ਨ। ਤਾਂ ਤਾਂ ਦੇਖੋ ਦੋਸਤੋ ਜਿਹੜਾ ਮਜਹਰ ਹੈ ਨਾ, ਠੀਕ ਹੈ ਜੀ, ਉਸ ਨੂੰ ਦੋਸਤੋ ਇੱਕ ਹੋਰ ਨਾਮ ਆ ਇੱਕ ਜਨਤਕ ਹੁਕਮ, ਠੀਕ ਹੈ ਜੀ। ਮਜਹਰ ਦਾ ਦੋਸਤੋ ਦੂਸਰਾ ਨਾਮ ਕੀ ਆ, ਇੱਕ ਜਨਤਕ ਹੁਕਮ ਉਸ ਨੂੰ ਕਹਿੰਦੇ ਹਨ। ਤਾਂ ਦੇਖੋ ਦੋਸਤੋ ਕੀ ਹੈ 15 ਇਹਦੇ ਵਿੱਚ ਆਹ ਲਿਖਿਆ ਹੈ ਨਾ ਦੋਸਤੋ ਜਿਹੜਾ ਆਪਣਾ 1579 ਇੱਕ ਜਨਤਕ ਹੁਕਮ ਮਜਹਰ ਮੁਸਲਿਮ ਧਾਰਮਿਕ ਮਾਮਲਿਆਂ ਵਿੱਚ ਸਰਵਉੱਚ ਸਾਲਸ ਹੋਣ ਦੇ ਆਪਣੇ ਅਧਿਕਾਰ ਦੀ ਜਿਹੜੀ ਹੈ ਘੋਸ਼ਣਾ ਕਰਦਾ ਹੈ। ਮੁਸਲਿਮ ਧਾਰਮਿਕ ਵਿਦਵਾਨਾਂ ਅਤੇ ਨਿਆਂਕਾਰਾਂ ਦੇ ਸਰੀਰ ਤੋਂ ਉੱਪਰ, ਠੀਕ ਹੈ ਜੀ, ਉਸਨੇ ਉਦੋਂ ਤੱਕ ਧਾਰਮਿਕ ਗ੍ਰੰਥਾਂ ਦੇ ਪ੍ਰਬੰਧ ਵਿੱਚ ਸੁਧਾਰ ਕਰਨ ਲਈ ਕਈ ਸਖਤ ਉਪਾਅ ਵੀ ਕੀਤੇ ਸਨ ਜੋ ਹੁਣ ਸਿੱਖਣ ਲਈ ਜਿਹੜੇ ਹੈਗੇ ਉਪਲਬਧ ਸਨ, ਠੀਕ ਹੈ ਜੀ। ਤਾਂ ਅੱਗੇ ਦੇਖੋ ਦੋਸਤੋ ਹੋਰ ਕੀ ਲਿਖਿਆ ਇਹਨਾਂ ਨੇ। ਮਜਹਰ ਦੋਸਤੋ ਜਿਹੜਾ ਹੈਗਾ ਉਸਦੀ ਮਹੱਤਵ ਦੇਖ ਲਓ ਕੀ ਹੈ। ਮਜਹਰ 1579 ਦਾ ਕੀ ਮਹੱਤਵ ਸੀ। ਤਾਂ ਦੇਖੋ ਮਜਹਰ ਉਹ ਦਸਤਾਵੇਜ਼ ਹੈ ਜਿਸ ਨੇ ਦੋਸਤੋ ਬਾਦਸ਼ਾਹ ਅਕਬਰ ਨੂੰ ਆਪਣੇ ਸ਼ਾਸਨ ਕਾਲ ਦੌਰਾਨ ਰਾਜਨੀਤਿਕ ਅਤੇ ਦੋਸਤੋ ਧਾਰਮਿਕ ਮਾਮਲਿਆਂ ਦਾ ਇੱਕ ਇਕਲੌਤਾ ਜੱਜ ਬਣਾਇਆ ਸੀ ਅਤੇ ਅਕਬਰ ਦੇ ਸਮੇਂ ਦੋਸਤੋ ਦੌਰਾਨ, ਠੀਕ ਹੈ ਜੀ, ਅਕਬਰ ਦੇ ਸਮੇਂ ਦੌਰਾਨ ਰਹਿਣ ਵਾਲੇ ਵਿਦਵਾਨ ਸ਼ੇਖ ਮੁਬਾਰਕ ਦੁਆਰਾ ਇਸ ਦਾ ਜਿਹੜਾ ਹੈਗਾ ਖਰੜਾ ਤਿਆਰ ਕੀਤਾ ਗਿਆ ਸੀ। ਤਾਂ ਦੋਸਤੋ ਇਸ ਦਾ ਆਨਸਰ ਤੁਸੀਂ ਇਸ ਪ੍ਰਕਾਰ ਕੁਛ ਲਿਖਦੇ ਹੋ, ਠੀਕ ਹੈ ਜੀ। ਤਾਂ ਦੇਖੋ ਅਗਲਾ ਪ੍ਰਸ਼ਨ ਕੀ ਹੈ ਕਿ ਸਬਸਿਡਰੀ ਸਿਸਟਮ ਤੋਂ ਕੀ ਭਾਵ ਹੈ। ਤਾਂ ਦੋਸਤੋ ਦੇਖੋ ਸਬਸਿਡਰੀ ਸਿਸਟਮ ਜਿਹੜਾ ਹੈਗਾ ਨਾ ਤੁਹਾਡਾ
ठीक है जी। ਤਾਂ ਉਹ ਦੋਸਤੋ ਜਿਹੜਾ ਹੈਗਾ ਸਹਾਇਕ ਸੰਧੀ, ਠੀਕ ਹੈ ਜੀ, ਸਹਾਇਕ ਸੰਧੀ ਤੇ ਸਬਸਿਡਰੀ ਸਿਸਟਮ ਇੱਕ ਹੀ ਆ, ਜਿਵੇਂ ਕਿ ਤੁਸੀਂ ਆਹ ਦੇਖ ਸਕਦੇ ਹੋ ਸਹਾਇਕ ਸੰਧੀ ਜਾਂ ਫਿਰ ਸਬਸਿਡਰੀ ਸਿਸਟਮ ਆ, ਠੀਕ ਹੈ ਜੀ। ਤਾਂ ਇਹ ਇੱਕ ਹੀ ਗੱਲ, ਜਿਵੇਂ ਕਿ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਕਿ ਲਿਖਿਆ ਨਾ ਕਿ ਭਾਰਤ ਵਿੱਚ ਅੰਗਰੇਜ਼ੀ ਰਾਜ ਦੇ ਪ੍ਰਭਾਵ ਨੂੰ ਬਣਾਉਣ ਦੇ ਉਦੇਸ਼ ਨਾਲ ਲਾਰਡ ਜਿਹੜਾ ਹੈਗਾ ਦੋਸਤੋ ਆਪਣਾ ਵੈਲਜ਼ਲੀ ਨੇ 1798 ਈਸਵੀ ਵਿੱਚ ਸਹਾਇਕ ਸੰਧੀ ਜਾਂ ਫਿਰ ਸਬਸਿਡਰੀ ਸਿਸਟਮ ਨਾਂ ਦੀ ਨੀਤੀ ਅਪਣਾਈ, ਠੀਕ ਹੈ ਜੀ। ਤਾਂ ਦੋਸਤੋ ਇਹ ਉਹੀ ਚੀਜ਼ ਆ, ਸਬਸਿਡਰੀ ਸਿਸਟਮ ਜਾਂ ਫਿਰ ਦੋਸਤੋ ਸਹਾਇਕ ਸੰਧੀ ਇੱਕ ਹੀ ਗੱਲ ਆ। ਤਾਂ ਦੋਸਤੋ ਮੈਂ ਤੁਹਾਨੂੰ ਇਹਦੇ ਬਾਰੇ ਹੀ ਦੱਸ ਦੇਣਾ ਕਿ ਸਹਾਇਕ ਸੰਧੀ ਕੀ ਸੀ। ਤਾਂ ਇਹਦਾ ਹੀ ਮਤਲਬ ਦੋਸਤੋ ਸਬਸਿਡਰੀ ਸਿਸਟਮ ਜਿਹੜਾ ਤੁਹਾਡਾ ਕੁਐਸਚਨ ਦੇ ਵਿੱਚ ਦਿੱਤਾ ਹੋਇਆ ਵਾ ਉਹੀ ਚੀਜ਼ ਇਹ ਹੈਗੀ ਆ, ਇਸ ਦਾ ਮਤਲਬ ਸਿਮਿਲਰ ਨੇਮ ਇੱਕ ਹੋਰ ਨੇਮ ਇਹ ਹੈਗਾ ਵਾ। ਤਾਂ ਦੇਖੋ ਦੋਸਤੋ ਸਹਾਇਕ ਸੰਧੀ ਨੀਤੀ ਕੀ ਹੈ। ਤਾਂ ਦੋਸਤੋ ਲਾਰਡ ਵੈਲਜ਼ਲੀ ਨੇ ਦੋਸਤੋ 1798 ਈਸਵੀ ਵਿੱਚ ਸ਼ੁਰੂ ਕੀਤੀ। ਇਸ ਨੀਤੀ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ। ਤਾਂ ਪਹਿਲਾ ਪੁਆਇੰਟ ਦੋਸਤੋ ਇਹ ਹੈ ਕਿ ਇਸ ਸੰਧੀ ਦੀਆਂ ਸ਼ਰਤਾਂ ਮੰਨਣ ਵਾਲੇ ਸ਼ਾਸਕ ਨੂੰ ਆਪਣੇ ਰਾਜ ਵਿੱਚ ਅੰਗਰੇਜ਼ਾਂ ਫੌਜ ਰੱਖਣੀ ਪੈਂਦੀ ਸੀ। ਫੌਜ ਦਾ ਸਾਰਾ ਖਰਚਾ ਸੰਬੰਧਿਤ ਸ਼ਾਸਕ ਦੁਆਰਾ ਜਿਹੜਾ ਹੈਗਾ ਦਿੱਤਾ ਜਾਂਦਾ ਸੀ। ਸ਼ਾਸਕ ਦੇ ਦਰਬਾਰ ਵਿੱਚ ਇੱਕ ਅੰਗਰੇਜ਼ ਰੈਜ਼ੀਡੈਂਟ ਨੂੰ ਨਿਯੁਕਤ ਕੀਤਾ ਜਾਂਦਾ ਸੀ। ਸ਼ਾਸਕ ਅੰਗਰੇਜ਼ਾਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਹੋਰ ਯੂਰੋਪੀਅਨ ਸ਼ਕਤੀ ਨਾਲ ਜਿਹੜਾ ਹੈਗਾ ਸੰਬੰਧ ਨਹੀਂ ਬਣਾ ਸਕਦਾ ਸੀ। ਅੱਗੇ ਹੈ ਦੋਸਤੋ ਭਾਰਤ ਵਿੱਚ ਰਾਸ਼ਟਰਵਾਦ ਦੇ ਜਿਹੜੇ ਹੈਗੇ ਵਾ ਉਹਦੇ ਦੇ 3 ਮੁੱਖ ਕਾਰਨ ਦੱਸੋ। ਤਾਂ ਦੋਸਤੋ ਆਹ ਦੇਖੋ ਆਪਣਾ ਆਹੀ ਪ੍ਰਸ਼ਨ ਹੈ ਨਾ, ਠੀਕ ਹੈ ਜੀ, ਕਿ ਬਈ ਭਾਰਤ ਵਿੱਚ ਰਾਸ਼ਟਰਵਾਦ ਦੇ ਉਦੈ ਦੇ ਕੀ ਕਾਰਨ ਸੀਗੇ। ਤਾਂ ਦੇਖੋ ਦੋਸਤੋ ਭਾਰਤ ਵਿੱਚ ਰਾਸ਼ਟਰਵਾਦ ਦੇ ਉਦੈ ਦੇ ਹੋਣ ਦੇ ਕਾਰਨ ਤਾਂ ਦੇਖੋ ਦੇਸ਼ ਵਿੱਚ ਚਲਾਈਆਂ ਗਈਆਂ ਧਾਰਮਿਕ ਸਮਾਜਿਕ ਲਹਿਰਾਂ ਨੇ ਭਾਰਤੀ ਵਿੱਚ ਰਾਸ਼ਟਰੀ ਚੇਤਨਾ ਪੈਦਾ ਕੀਤੀ। ਦੂਸਰਾ ਪੁਆਇੰਟ ਪੱਛਮੀ ਸੰਖਿਆ ਦੇ ਵਿਕਾਸ ਨਾਲ ਲੋਕਾਂ ਨੂੰ ਵਿਦੇਸ਼ੀ ਕ੍ਰਾਂਤੀਕਾਰੀਆਂ ਦੀ ਜਾਣਕਾਰੀ ਮਿਲੀ। ਤੀਸਰਾ ਪੁਆਇੰਟ ਅੰਗਰੇਜ਼ਾਂ ਨੇ ਸਾਰੇ ਰਾਜਾਂ ਵਿੱਚ ਇੱਕ ਕਾਨੂੰਨ ਲਾਗੂ ਕਰਕੇ ਭਾਰਤ ਨੂੰ ਇੱਕ ਰਾਜਨੀਤਿਕ ਇਕਾਈ ਬਣਾ ਦਿੱਤਾ। ਚੌਥਾ ਪੁਆਇੰਟ ਅੰਗਰੇਜ਼ਾਂ ਦੀਆਂ ਜਿਹੜੀਆਂ ਹੈਗੀਆਂ ਨੇ ਦਮਨਕਾਰੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਭਾਰਤੀਆਂ ਨੂੰ ਇਕੱਠਾ ਹੋਣਾ ਪਿਆ। ਪੰਜਵਾਂ ਪੁਆਇੰਟ ਅਖਬਾਰਾਂ ਰਸਾਲਿਆਂ ਅਤੇ ਸਾਹਿਤ ਨੇ ਰਾਸ਼ਟਰਵਾਦੀ ਭਾਵਨਾ ਦਾ ਵਿਕਾਸ ਕੀਤਾ। ਤਾਂ ਦੋਸਤੋ ਇਹ ਆਨਸਰ ਇਸ ਪ੍ਰਕਾਰ ਤੁਸੀਂ ਲਿਖ ਸਕਦੇ ਹੋ। ਅੱਗੇ ਦੋਸਤੋ ਭਾਗ ਸੱਸਾ ਵਾ, ਤਾਂ ਇਹਦੇ ਵਿੱਚ ਕੀ ਆ, ਸਰੋਤ ਆਧਾਰਿਤ ਪ੍ਰਸ਼ਨ ਨੇ ਇਹ, ਮਤਲਬ ਤੁਸੀਂ ਆਹ ਪੈਰਾ ਜਿਹੜਾ ਦਿੱਤਾ ਹੋਇਆ ਵਾ ਇਸ ਨੂੰ ਪੜ੍ਹ ਕੇ ਫਿਰ ਜਿਹੜੇ ਹੈਗੇ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਦੋਸਤੋ 2 ਮਿੰਟ ਲਈ ਜਿਹੜਾ ਹੈਗਾ ਸਕਰੀਨ ਨੂੰ ਰੋਕੋ, ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ ਜਦ ਤੱਕ ਮੈਂ ਵੀ ਪੜ੍ਹ ਲੈਣਾ। ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਆਪਣਾ ਜਿਹੜਾ ਪ੍ਰਸ਼ਨ ਹੈ ਨਿਕਲ ਕਰ ਆ ਰਿਹਾ ਵਾ ਕਿ ਸਤੀ ਪ੍ਰਥਾ ਕਿਸ ਸਦੀ ਵਿੱਚ ਜ਼ਿਆਦਾ ਵੱਧ ਗਈ ਸੀ। ਤਾਂ ਦੋਸਤੋ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕਿ 9ਵੀਂ ਸਦੀ ਵਿੱਚ ਇਹ ਜਿਹੜੀ ਹੈਗੀ ਜ਼ਿਆਦਾ ਵੱਧ ਗਈ ਸੀਗੀ। ਕਿ ਦੋਸਤੋ ਸਤੀ ਪ੍ਰਥਾ, ਠੀਕ ਹੈ, ਸਤੀ ਪ੍ਰਥਾ ਜਿਹੜੀ ਹੈਗੀ ਆ 9ਵੀਂ ਸਦੀ ਵਿੱਚ ਜਿਹੜਾ ਹੈਗੀ ਆ ਜ਼ਿਆਦਾ ਵੱਧ ਗਈ ਸੀ। ਇਸ ਦਾ ਆਨਸਰ ਇੱਥੇ ਆ। ਅੱਗੇ ਸਤੀ ਪ੍ਰਥਾ ਦੇ ਵਧਣ ਦੇ ਕੋਈ 2 ਕਾਰਨ ਦੱਸੋ। ਤਾਂ ਦੋਸਤੋ ਇੱਕ ਤਾਂ ਹੈਗਾ ਤੁਹਾਡੇ ਧਾਰਮਿਕ ਕਾਰਨ, ਦੂਸਰਾ ਤੁਸੀਂ ਆਹ ਲਿਖਦੇ ਹੋ ਕਠੋਰ ਸੰਜਮ ਸੰਬੰਧੀ ਵਿਚਾਰਧਾਰਾਵਾਂ ਜਾਂ ਫਿਰ ਦੋਸਤੋ ਵਿਰਾਗ ਦਾ ਜੀਵਨ, ਠੀਕ ਹੈ ਜੀ। ਤਾਂ ਅਗਲਾ ਦੋਸਤੋ ਪ੍ਰਸ਼ਨ ਕੀ ਹੈ ਕਿ ਦਾਸ ਪ੍ਰਥਾ ਵਿੱਚ ਜ਼ਿਆਦਾ ਵਾਧਾ ਕਿਹੜੇ ਸਮੇਂ ਹੋਇਆ ਸੀ। ਤਾਂ ਦੋਸਤੋ ਇਹਦਾ ਆਨਸਰ ਵੀ ਤੁਸੀਂ ਆਹ ਦੇਖ ਸਕਦੇ ਹੋ। ਹਾਂਜੀ, ਤਾਂ ਦਾਸ ਪ੍ਰਥਾ ਵੀ ਦੋਸਤੋ ਪੁਰਾਣੇ ਸਮੇਂ ਤੋਂ ਹੀ ਪ੍ਰਚਲਿਤ ਸੀ। ਪੂਰਬ ਮੱਧ ਕਾਲ ਵਿੱਚ ਇਸ ਵਿੱਚ ਜਿਹੜਾ ਹੈਗਾ ਕਾਫੀ ਵਾਧਾ ਹੋਇਆ। ਤਾਂ ਦੋਸਤੋ ਇਸ ਦਾ ਆਨਸਰ ਇਹ ਵਾਲਾ ਹੋ ਜਾਏਗਾ। ਅਗਲਾ ਦੇਖੋ, ਤਾਂ ਦੋਸਤੋ ਅਗਲਾ ਪ੍ਰਸ਼ਨ ਹੈ ਕਿ ਦਾਸ ਕਿੱਥੇ ਰਹਿੰਦੇ ਸਨ। ਤਾਂ ਤੁਸੀਂ ਸਿੰਪਲ ਦੇ ਵਿੱਚ ਲਿਖ ਦੇਣਾ ਵਾ ਕਿ ਦਾਸ ਜਿਹੜੇ ਹੈਗੇ ਉਹ ਮੰਦਰਾਂ ਵਿੱਚ ਜਿਹੜੇ ਹੈਗੇ ਆ ਦਾਸ ਰਹਿੰਦੇ ਸਨ, ਠੀਕ ਹੈ ਜੀ। ਅੱਗੇ ਦੋਸਤੋ ਦਾਸਾਂ ਦਾ ਨਿਰਯਾਤ ਕਿਹੜੇ ਦੇਸ਼ਾਂ ਨੂੰ ਕੀਤਾ ਜਾਂਦਾ ਸੀ, ਠੀਕ ਹੈ ਜੀ। ਤਾਂ ਦੋਸਤੋ ਇਹਦਾ ਆਨਸਰ ਤੁਸੀਂ ਦੇਖ ਸਕਦੇ ਹੋ। ਹਾਂਜੀ, ਪੱਛਮੀ ਦੇਸ਼ਾਂ ਨੂੰ ਦੋਸਤੋ ਜਿਹੜਾ ਹੈਗਾ ਵਾ ਦਾਸਾਂ ਦਾ ਨਿਰਯਾਤ ਵੀ ਜਿਹੜਾ ਹੈਗਾ ਕੀਤਾ ਜਾਂਦਾ ਸੀ, ਪੱਛਮੀ ਦੇਸ਼ਾਂ ਨੂੰ ਇਸ ਦਾ ਆਨਸਰ ਆ ਜਾਏਗਾ। ਅਗਲਾ ਦੋਸਤੋ ਦੇਖੋ ਪ੍ਰਸ਼ਨ ਕੀ ਹੈ। ਤਾਂ ਦੋਸਤੋ ਇਹਦੇ ਵਿੱਚ ਵੀ ਆਹ ਪੈਰਾ ਦਿੱਤਾ ਹੋਇਆ ਵਾ, ਠੀਕ ਹੈ, ਇੱਥੋਂ ਤੋਂ ਲੈ ਕੇ ਇੱਥੇ ਤੱਕ ਤੁਸੀਂ ਪੜ੍ਹਨਾ ਵਾ, ਫਿਰ ਥੱਲੇ ਪ੍ਰਸ਼ਨਾਂ ਦੇ ਉੱਤਰ ਦੇਣੇ ਹਨ। ਤਾਂ ਦੋਸਤੋ 2 ਮਿੰਟ ਲਈ ਸਕਰੀਨ ਨੂੰ ਰੋਕੋ, ਇੱਥੋਂ ਤੋਂ ਲੈ ਕੇ ਇੱਥੇ ਤੱਕ ਚੰਗੀ ਤਰ੍ਹਾਂ ਪੜ੍ਹ ਲਓ ਜਦ ਤੱਕ ਮੈਂ ਵੀ ਪੜ੍ਹ ਲੈਣਾ। ਤਾਂ ਦੋਸਤੋ ਦੇਖੋ ਪਹਿਲਾ ਪ੍ਰਸ਼ਨ ਕੀ ਨਿਕਲ ਕਰ ਆ ਰਿਹਾ, ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ। ਤਾਂ ਦੋਸਤੋ ਇਹਨਾਂ ਦਾ ਜਨਮ ਜਿਹੜਾ ਹੈਗਾ 13 ਨਵੰਬਰ 1780 ਈਸਵੀ ਨੂੰ ਗੁਜਰਾਂਵਾਲਾ ਵਿਖੇ ਹੋਇਆ। ਅਗਲਾ ਪ੍ਰਸ਼ਨ ਦੋਸਤੋ ਕੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਪਿਤਾ ਦਾ ਨਾਮ ਕੀ ਸੀ। ਤਾਂ ਦੋਸਤੋ ਦੇਖ ਸਕਦੇ ਹੋ ਕਿ ਮਾਤਾ ਦਾ ਨਾਮ ਜਿਹੜਾ ਸੀਗਾ ਦੋਸਤੋ ਰਾਜ ਕੌਰ ਸੀ ਤੇ ਪਿਤਾ ਦਾ ਨਾਮ ਦੋਸਤੋ ਮਹਾ ਸਿੰਘ ਸੀ। ਅਗਲਾ ਦੋਸਤੋ ਪ੍ਰਸ਼ਨ ਕੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਕੋਈ 2 ਗੁਣ ਦੱਸੋ। ਤਾਂ ਦੋਸਤੋ ਇਹਦੇ ਗੁਣ ਜਿਹੜੇ ਹੈਗੇ ਹੋ ਸਕਦੇ ਆ ਆਪਣੇ ਘੋੜਸਵਾਰ, ਠੀਕ ਹੈ ਜੀ, ਨਿਪੁੰਨ ਨਿਸ਼ਾਨੇਬਾਜ਼ ਜਾਂ ਫਿਰ ਤਲਵਾਰ ਦੇ ਜਿਹੜੇ ਹੈਗੇ ਧਨੀ ਸਨ ਆਪਣੇ ਮਹਾਰਾਜਾ ਰਣਜੀਤ ਸਿੰਘ। ਅੱਗੇ ਦੋਸਤੋ ਕੀ ਹੈ, ਗੱਦੀ ਤੇ ਬੈਠਣ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ। ਤਾਂ ਦੋਸਤੋ ਇਹਦਾ ਆਨਸਰ ਤੁਸੀਂ ਆਹ ਦੇਖ ਸਕਦੇ ਹੋ ਕਿ ਜਦੋਂ 12 ਵਰ੍ਹਿਆਂ ਦੀ ਉਮਰ ਸੀਗੀ, ਠੀਕ ਹੈ ਜੀ। ਤਾਂ ਤੁਸੀਂ ਸਿੰਪਲ ਦੇ ਵਿੱਚ ਬਸ ਇਹੀ ਲਿਖ ਲੈਣਾ ਵਾ 12 ਵਰ੍ਹਿਆਂ ਦੀ ਉਮਰ ਸੀ, ਠੀਕ ਹੈ ਜੀ। ਅੱਗੇ ਦੋਸਤੋ ਸ਼ਾਸਨ ਪ੍ਰਬੰਧ ਚਲਾਉਣ ਦੀ ਲਈ ਜਿਹੜਾ ਹੈਗਾ ਰਣਜੀਤ ਸਿੰਘ ਦੀ ਮਦਦ ਕਿਹਨਾਂ ਦੁਆਰਾ ਜਿਹੜੀ ਹੈਗੀ ਕੀਤੀ ਗਈ, ਠੀਕ ਹੈ ਜੀ। ਦੇਖ ਸਕਦੇ ਹੋ ਕੀ ਲਿਖਿਆ ਆਪਣਾ, ਰਣਜੀਤ ਸਿੰਘ ਦੀ ਮਦਦ ਕਿਹਨਾਂ ਦੁਆਰਾ ਜਿਹੜੀ ਹੈਗੀ ਕੀਤੀ ਗਈ। ਤਾਂ ਦੋਸਤੋ ਅਗਲਾ ਪ੍ਰਸ਼ਨ ਕੀ ਹੈ ਕਿ ਸ਼ਾਸਨ ਪ੍ਰਬੰਧ ਚਲਾਉਣ ਲਈ ਰਣਜੀਤ ਸਿੰਘ ਦੀ ਮਦਦ ਕਿਹਨਾਂ ਦੁਆਰਾ ਜਿਹੜੀ ਹੈਗੀ ਕੀਤੀ ਗਈ। ਤਾਂ ਦੋਸਤੋ ਇਹਦਾ ਆਨਸਰ ਜਿਹੜਾ ਹੈਗਾ ਆ ਜਾਏਗਾ ਆਪਣਾ ਮਾਂ ਜਿਹੜੀ ਰਾਜ ਕੌਰ ਸੀ ਤੇ ਦੀਵਾਨ ਲਖਪਤ ਰਾਏ, ਠੀਕ ਹੈ ਜੀ। ਤੇ ਇਸ ਦਾ ਆਖਰੀ ਆ ਜਾਏਗਾ ਆਪਣਾ ਇੱਥੇ
हाँ जी, ਅੱਗੇ ਹੈ ਆਪਣਾ ਇਹਦੇ ਵਿੱਚ ਕੀ ਸੀਗਾ ਕਿ ਹਾਂਜੀ ਸਦਾ ਕੌਰ, ਠੀਕ ਹੈ ਜੀ। ਆਹ ਤਿੰਨ ਜਾਣਿਆਂ ਦਾ ਨਾਮ ਤੁਸੀਂ ਲਿਖ ਦੇਣਾ ਵਾ, ਠੀਕ ਹੈ ਜੀ। ਤੇ ਹੁਣ ਦੋਸਤੋ ਅਗਲਾ ਭਾਗ ਹਾਹਾ ਵਾ, ਠੀਕ ਹੈ ਜੀ। ਤਾਂ ਦੇਖੋ ਇਹਦੇ ਵਿੱਚ 5 ਨੰਬਰਾਂ ਦੇ ਇਹ ਪ੍ਰਸ਼ਨ ਆ ਤੁਹਾਡੇ। ਤਾਂ ਪਹਿਲਾ ਪ੍ਰਸ਼ਨ ਦੋਸਤੋ ਕੀ ਹੈ, ਅਸ਼ੋਕ ਦੇ ਧੰਮ ਦੇ ਮੁੱਖ ਸਿਧਾਂਤਾਂ ਬਾਰੇ ਦੱਸੋ। ਤਾਂ ਦੋਸਤੋ ਇਸ ਦਾ ਆਨਸਰ ਦੇਖ ਲੈਂਦੇ ਆ। ਚਲੋ ਆ ਦੇਖੋ ਦੋਸਤੋ, ਆਹੀ ਪ੍ਰਸ਼ਨ ਹਨ, ਅਸ਼ੋਕ ਦੇ ਧੰਮ ਦੇ ਮੁੱਖ ਸਿਧਾਂਤਾਂ ਕੀ ਸਨ। ਤਾਂ ਦੇਖੋ ਦੋਸਤੋ, ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ, ਆਪਣੇ ਤੋਂ ਛੋਟਿਆਂ ਜਾਂ ਨੀਵਿਆਂ ਨਾਲ ਦੋਸਤੋ ਪਿਆਰ ਕਰਨਾ ਚਾਹੀਦਾ ਹੈ, ਅਹਿੰਸਾ ਦਾ ਪਾਲਣਾ ਕਰਨਾ ਚਾਹੀਦਾ ਹੈ, ਠੀਕ ਹੈ ਜੀ। ਗਰੀਬਾਂ ਅਤੇ ਸਾਧੂ ਸੰਤਾਂ ਨੂੰ ਦਾਨ ਦੇਣਾ ਚਾਹੀਦਾ ਹੈ, ਝੂਠ ਹੰਕਾਰ ਈਰਖਾ ਆਦਿ ਤੋਂ ਦੂਰ ਰਹਿਣਾ ਚਾਹੀਦਾ ਹੈ, ਦੂਜੇ ਧਰਮਾਂ ਪ੍ਰਤੀ ਜਿਹੜੀ ਹੈਗੀ ਸਹਿਨਸ਼ੀਲਤਾ ਰਹਿਣਾ ਚਾਹੀਦਾ ਹੈ। ਤੇ ਦੋਸਤੋ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਵਾ, ਜਿਹੜੇ ਇਹ ਪੁਆਇੰਟ ਨੇ 6 ਪੁਆਇੰਟ, ਇਹਨਾਂ ਨੂੰ ਤੁਸੀਂ ਨਾ 2-3 ਲਾਈਨਾਂ ਦੇ ਵਿੱਚ ਐਕਸਪਲੇਨ ਵੀ ਕਰ ਦਿਓ, ਕਿਉਂਕਿ ਦੋਸਤੋ ਇਹ 5 ਨੰਬਰ ਦਾ ਪ੍ਰਸ਼ਨ ਹੈਗਾ ਵਾ, ਠੀਕ। ਕਿਉਂਕਿ ਦੋਸਤੋ ਇਹ ਤੁਹਾਡਾ ਲੌਂਗ ਪ੍ਰਸ਼ਨ ਹੈ ਨਾ, ਤਾਂ ਕਰਕੇ ਇਹ ਜਿਹੜੀਆਂ ਲਾਈਨਾਂ ਨੇ, ਠੀਕ ਹੈ ਜੀ, ਆਹ ਜਿਹੜੇ ਪੁਆਇੰਟ ਹੈ ਇਹਨੂੰ ਤੁਸੀਂ 2-3 ਲਾਈਨਾਂ ਦੇ ਵਿੱਚ ਐਕਸਪਲੇਨ ਜ਼ਰੂਰ ਕਰ ਦੇਣਾ। ਤੇ ਹੁਣ ਦੋਸਤੋ ਅਗਲਾ ਪ੍ਰਸ਼ਨ ਦੇਖੋ ਕੀ ਹੈ ਕਿ ਗੁਪਤ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਕਾਲ ਕਿਉਂ ਕਿਹਾ ਜਾਂਦਾ ਹੈ। ਤਾਂ ਦੋਸਤੋ ਦੇਖੋ ਇਸ ਦਾ ਆਨਸਰ ਦੇਖ ਲਓ। ਹਾਂਜੀ, ਗੁਪਤ ਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁੱਗ ਕਿਉਂ ਕਿਹਾ ਜਾਂਦਾ ਹੈ। ਤਾਂ ਦੇਖੋ ਗੁਪਤ ਕਾਲ ਵਿੱਚ ਜੀਵਨ ਦੇ ਹਰ ਖੇਤਰ ਵਿੱਚ ਬਹੁਤ ਵਿਕਾਸ ਹੋਇਆ। ਇਸ ਕਾਲ ਵਿੱਚ ਵਿਗਿਆਨਾਂ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ, ਗਣਿਤ ਜੋਤਸ਼ੀ ਅਤੇ ਚਿਕਿਤਸਾ, ਹਾਂਜੀ, ਅਤੇ ਜਿਹੜਾ ਹੈਗਾ ਚਿਕਿਤਸਾ ਦੇ ਖੇਤਰ ਵਿੱਚ ਨਵੀਆਂ ਖੋਜਾਂ ਹੋਈਆਂ, ਅਨੇਕਾਂ ਸੁੰਦਰ ਭਵਨਾਂ ਮੰਦਰ ਅਤੇ ਮੱਠਾਂ ਅਤੇ ਸਤੂਪਾਂ ਅਤੇ ਜਿਹੜਾ ਹੈਗਾ ਵਾ ਗੁਫਾਵਾਂ ਦਾ ਨਿਰਮਾਣ ਹੋਇਆ, ਠੀਕ ਹੈ ਜੀ। ਅਤੇ ਆਪਣਾ ਸ਼ਿਲਪ ਕਲਾ 'ਚ ਆਪਣਾ ਚਿੱਤਰਕਲਾ ਸੰਗੀਤ ਅਤੇ ਹੋਰ ਜਿਹੜੇ ਹੈਗੇ ਸਿੱਕੇ ਬਣਾਉਣ ਦੀ ਕਲਾ ਦਾ ਵੀ ਬਹੁਤ ਵਿਕਾਸ ਹੋਇਆ। ਇਸ ਕਾਲ ਵਿੱਚ ਸਾਹਿਤ ਦੇ ਖੇਤਰ ਵਿੱਚ ਵੀ ਬਹੁਤ ਉੱਨਤੀ ਹੋਈ, ਠੀਕ ਹੈ ਜੀ। ਤਾਂ ਇਹ ਆਨਸਰ ਹੋ ਗਿਆ। ਅਗਲਾ ਦੋਸਤੋ ਕੀ ਹੈ, ਮੁਗਲਾਂ ਦੀ ਜਿਹੜੀ ਹੈਗੀ ਆ ਮਨਸਬਦਾਰੀ ਪ੍ਰਣਾਲੀ ਬਾਰੇ ਤੁਸੀਂ ਕੀ ਜਾਣਦੇ ਹੋ। ਤਾਂ ਦੋਸਤੋ ਇਹਦਾ ਆਨਸਰ ਦੇਖੋ, ਆਹ ਦੇਖੋ ਮਨਸਬਦਾਰੀ, ਹਾਂਜੀ, ਵਿਵਸਥਾ ਬਾਰੇ ਤੁਸੀਂ ਕੀ ਜਾਣਦੇ ਹੋ। ਤਾਂ ਦੇਖੋ ਮਨਸਵਾਦਾਰੀ ਪ੍ਰਥਾ ਅਕਬਰ ਤੋਂ ਪਹਿਲਾਂ ਵੀ ਪ੍ਰਚਲਿਤ ਸੀ। ਅਕਬਰ ਨੇ ਇਸ ਵਿੱਚ ਸੁਧਾਰ ਕੀਤਾ। ਇਸ ਵਿਵਸਥਾ ਅਨੁਸਾਰ ਸੈਨਿਕ ਅਧਿਕਾਰੀਆਂ ਦਾ ਜਿਹੜਾ ਹੈਗਾ ਦਰਬਾਰ ਵਿੱਚ ਅਹੁਦਾ ਨਿਸ਼ਚਿਤ ਕੀਤਾ ਜਾਂਦਾ ਸੀ। ਮਨ ਸਭਾ 2 ਪ੍ਰਕਾਰ ਦੀਆਂ ਹੁੰਦੀਆਂ ਹਨ, ਜਾਤ ਮਨਸਬ ਅਤੇ ਸਵਾਰ ਮਨਸਬ। ਜਾਤ ਮਨਸਬ ਅਨੁਸਾਰ ਕਿਸੇ ਅਧਿਕਾਰੀ ਦੀ ਤਨਖਾਹ ਨਿਸ਼ਚਿਤ ਕੀਤੀ ਜਾਂਦੀ ਸੀ। ਸਵਾਰ ਮਨਸਬ ਅਨੁਸਾਰ ਉਸਦੇ ਅਧੀਨ ਜਿਹੜਾ ਹੈਗਾ ਘੋੜਸਵਾਰਾਂ ਦੀ ਗਿਣਤੀ ਅਤੇ ਉਹਨਾਂ ਦੀ ਤਨਖਾਹ ਨਿਸ਼ਚਿਤ ਕੀਤੀ ਜਾਂਦੀ ਸੀ। ਹਾਂਜੀ, ਲਿਖਿਆ ਨੇ ਦੋਸਤੋ ਆਪਣਾ ਮਨਸਬਦਾਰਾਂ ਦੀ ਨਿਯੁਕਤੀ ਬਾਦਸ਼ਾਹ ਦੁਆਰਾ ਜਿਹੜੀ ਹੈਗੀ ਆ ਮੀਰ ਬਖਸ਼ੀ ਦੀ ਸਿਫਾਰਿਸ਼ 'ਤੇ ਕੀਤੀ ਜਾਂਦੀ ਸੀ, ਠੀਕ ਹੈ ਜੀ। ਅਗਲਾ ਪ੍ਰਸ਼ਨ ਦੇਖੋ ਦੋਸਤੋ ਕੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਮੁੱਖ ਮੋਰਚਿਆਂ ਬਾਰੇ ਦੱਸੋ। ਤਾਂ ਦੋਸਤੋ ਦੇਖੋ ਕੀ ਹੈ, ਸਭ ਤੋਂ ਪਹਿਲਾਂ 1920-25 ਈਸਵੀ ਦੇ ਸਮੇਂ ਦੌਰਾਨ ਪੰਜਾਬ ਦੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਜਿਹੜੇ ਹੈਗੇ ਚੁੰਗਲ ਤੋਂ ਜਿਹੜਾ ਹੈਗਾ ਛੁਡਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ ਸੀ। ਇਸ ਅੰਦੋਲਨ ਨੂੰ ਅਕਾਲੀ ਲਹਿਰ ਵੀ ਜਿਹੜਾ ਹੈਗਾ ਕਿਹਾ ਜਾਂਦਾ ਹੈ, ਕਿਉਂਕਿ ਅਕਾਲੀਆਂ ਨੇ ਦੋਸਤੋ ਮਹੰਤਾਂ ਨੂੰ ਗੁਰਦੁਆਰਿਆਂ ਤੋਂ ਹਟਾਉਣ ਜਿਹੜਾ ਹੈਗਾ ਸੰਭਵ ਬਣਾਇਆ ਸੀ, ਠੀਕ ਹੈ ਜੀ। ਤਾਂ ਦੋਸਤੋ ਦੇਖੋ ਕੀ ਹੈ, ਇਹਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਨੂੰ ਜਿਹੜਾ ਹੈਗਾ ਸਫਲ ਬਣਾਉਣ ਲਈ ਅਕਾਲੀ ਦਲ ਨੇ ਕਈ ਮੋਰਚੇ ਲਾਏ। ਕੁਝ ਮੋਰਚਿਆਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ। ਤਾਂ ਦੇਖੋ ਦੋਸਤੋ ਕੀ, ਤਾਂ ਦੋਸਤੋ ਸਭ ਤੋਂ ਪਹਿਲਾਂ ਹੈਗਾ ਆਪਣਾ ਨਨਕਾਣਾ ਸਾਹਿਬ ਦਾ ਮੋਰਚਾ। ਨਨਕਾਣਾ ਸਾਹਿਬ ਦੀ ਜਿਹੜੀ ਹੈਗੀ ਆ ਮਹੰਤ ਨਾਰਾਇਣ ਦਾਸ ਦੀ ਇੱਕ ਚਰਿੱਤਰਹੀਣ ਵਿਅਕਤੀ ਸੀ। ਇੱਕ ਸ਼ਾਂਤਮਈ ਜੱਥਾ 20 ਫਰਵਰੀ 1921 ਨੂੰ ਨਨਕਾਣਾ ਸਾਹਿਬ ਨੂੰ ਗੁਰਦੁਆਰੇ ਤੋਂ ਹਟਾਉਣ ਲਈ ਪਹੁੰਚਿਆ। ਇਸ ਜੱਥੇ ਨਾਲ ਮਹੰਤ ਨੇ ਬਹੁਤ ਬੁਰਾ ਸਲੂਕ ਕੀਤਾ। ਉਸ ਦੇ ਗੁੰਡਿਆਂ ਨੇ ਜੱਥੇ 'ਤੇ ਹਮਲਾ ਕਰ ਦਿੱਤਾ। ਜੱਥੇ ਦੇ ਆਗੂ ਲਕਸ਼ਮਣ ਸਿੰਘ ਅਤੇ ਉਹਨਾਂ ਦੇ ਕੁਝ ਸਮਰਥਕਾਂ ਨੂੰ ਮਹੰਤਾਂ ਵੱਲੋਂ ਜਿਹੜਾ ਹੈਗਾ ਜਿੰਦਾ ਜਿਹੜਾ ਹੈਗਾ ਸਾੜ ਦਿੱਤਾ ਗਿਆ। ਦੂਸਰਾ ਦੋਸਤੋ ਦੇਖੋ ਕੀ ਹੈ, ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਦੀਆਂ ਮੋਰਚਾ। ਤਾਂ ਦੇਖੋ ਹਰਿਮੰਦਰ ਸਾਹਿਬ ਦੇ ਖਜ਼ਾਨੇ ਦੀਆਂ ਚਾਬੀਆਂ ਦਾ ਅੰਗਰੇਜ਼ਾਂ ਕੋਲ ਸਨ। ਸ਼੍ਰੋਮਣੀ ਕਮੇਟੀ ਨੇ ਉਹਨਾਂ ਚਾਬੀਆਂ ਦੀ ਮੰਗ ਕੀਤੀ, ਪਰ ਅੰਗਰੇਜ਼ਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਸਿੱਖਾਂ ਨੇ ਚਾਬੀਆਂ ਸੌਂਪਣ ਤੋਂ ਇਨਕਾਰ ਕਰਨ ਲਈ ਅੰਗਰੇਜ਼ਾਂ ਦਾ ਜਿਹੜਾ ਹੈਗਾ ਵਿਰੋਧ ਕੀਤਾ। ਬਹੁਤ ਸਾਰੇ ਸਿੱਖਾਂ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ। ਕਾਂਗਰਸ ਅਤੇ ਜਿਹੜਾ ਹੈਗਾ ਖਿਲਾਫਤ ਕਮੇਟੀ ਨੇ ਅੰਗਰੇਜ਼ਾਂ ਦਾ ਜਿਹੜਾ ਹੈਗਾ ਸਾਥ ਦਿੱਤਾ। ਇਸ ਲਈ ਅੰਤ ਵਿੱਚ ਅੰਗਰੇਜ਼ਾਂ ਨੇ ਖਜ਼ਾਨੇ ਦੀਆਂ ਚਾਬੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ SGPC ਨੂੰ ਸੌਂਪ ਦਿੱਤੀਆਂ। ਅੱਗੇ ਦੋਸਤੋ ਗੁਰੂ ਕਾ ਬਾਗ ਕਾ ਮੋਰਚਾ। ਤਾਂ ਦੇਖੋ ਦੋਸਤੋ ਗੁਰੂ ਕਾ ਬਾਗ ਅਜਨਾਲਾ ਸਬ ਡਿਵੀਜ਼ਨ ਵਿੱਚ ਅਤੇ ਅੰਮ੍ਰਿਤਸਰ ਵਿੱਚੋਂ ਲਗਭਗ 30 ਮੀਲ ਦੀ ਦੂਰੀ 'ਤੇ ਸਥਿਤ ਹੈ। ਇਹ ਗੁਰਦੁਆਰੇ ਜਿਹੜੇ ਹੈਗੇ ਮਹੰਤ ਸੁੰਦਰ ਦਾਸ ਦੇ ਜਿਹੜੇ ਹੈਗੇ ਕਬਜ਼ੇ ਹੇਠ ਸੀ, ਜੋ ਕਿ ਇੱਕ ਚਰਿੱਤਰਹੀਣ ਵਿਅਕਤੀ ਸੀ। ਇਸ ਗੁਰਦੁਆਰੇ ਦਾ ਕਬਜ਼ਾ ਲੈਣ ਲਈ ਸ਼੍ਰੋਮਣੀ ਕਮੇਟੀ ਨੇ 23 ਅਗਸਤ 1921 ਨੂੰ ਦਾਨ ਸਿੰਘ ਦੀ ਅਗਵਾਈ ਹੇਠ ਇੱਕ ਜੱਥਾ ਭੇਜਿਆ। ਇਸ ਜੱਥੇ ਦੇ ਮੈਂਬਰਾਂ ਨੂੰ ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ। ਇਸ ਨਾਲ ਜਿਹੜਾ ਹੈਗਾ ਸਿੱਖ ਜਿਹੜੇ ਹੈਗੇ ਗੁੱਸੇ ਵਿੱਚ ਆ ਗਏ। ਉਹਨਾਂ ਨੇ ਵੱਧ ਤੋਂ ਵੱਧ ਜੱਥੇ ਗੁਰਦੁਆਰੇ ਭੇਜਣੇ ਸ਼ੁਰੂ ਕਰ ਦਿੱਤੇ। ਇਹਨਾਂ ਜੱਥਿਆਂ ਨਾਲ ਵੀ ਮਾੜਾ ਸਲੂਕ ਕੀਤਾ। ਇਸ ਦੇ ਮੈਂਬਰਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਡੱਬਾ ਬੰਦ ਵੀ ਕੀਤਾ ਸੀ, ਠੀਕ ਹੈ ਜੀ।
ਅੱਗੇ ਦੋਸਤੋ ਕੀ ਹੈ ਕਿ ਆਪਣਾ ਪੰਜਾ ਸਾਹਿਬ ਦੀ ਘਟਨਾ ਤੱਕ ਸਰਕਾਰ ਨੇ ਗੁਰੂ ਕਾ ਬਾਗ ਮੋਰਚੇ ਵਿੱਚ ਗ੍ਰਿਫਤਾਰ ਸਿੱਖਾਂ ਨੂੰ ਰੇਲਵੇ ਰਾਹੀਂ ਅਟਕ ਭੇਜਣ ਦਾ ਫੈਸਲਾ ਕੀਤਾ। ਪੰਜਾ ਸਾਹਿਬ ਦੇ ਸਿੱਖਾਂ ਨੇ ਸਰਕਾਰ ਨੂੰ ਜਿਹੜਾ ਹੈਗਾ ਦੋਸਤੋ ਹਸਨ ਅਬਦਾਲ ਵਿਖੇ ਰੇਲ ਗੱਡੀ ਰੁਕਣ ਦੀ ਅਪੀਲ ਕੀਤੀ ਤਾਂ ਜੋ ਗ੍ਰਿਫਤਾਰ ਸਿੱਖਾਂ ਨੂੰ ਭੋਜਨ ਦਿੱਤਾ ਜਾ ਸਕੇ, ਪਰ ਸਰਕਾਰ ਨੇ ਇਸ ਨੂੰ ਜਿਹੜੀ ਹੈਗੀ ਇਸ ਮੰਗ ਨੂੰ ਠੁਕਰਾ ਦਿੱਤਾ। ਫਿਰ ਭਾਈ ਕਰਨ ਸਿੰਘ ਅਤੇ ਜਿਹੜਾ ਹੈਗਾ ਭਾਈ ਪ੍ਰਤਾਪ ਸਿੰਘ ਨੇ ਰੇਲ ਗੱਡੀ ਦੇ ਅੱਗੇ ਜਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਹਨਾਂ ਦੋਨਾਂ ਸਿੰਘਾਂ ਦੀ ਸ਼ਹਾਦਤ ਨੂੰ ਛੱਡ ਕੇ ਕਈ ਸਿੱਖਾਂ ਨੇ ਜਿਹੜਾ ਹੈਗਾ ਸਰੀਰ ਦੇ ਅੰਗ ਕੱਟੇ ਗਏ। ਠੀਕ ਹੈ ਜੀ। ਅੱਗੇ ਜੈਤੋ ਦਾ ਮੋਰਚਾ ਤਾਂ ਦੇਖੋ 1923 ਵਿੱਚ ਅੰਗਰੇਜ਼ਾਂ ਨੇ ਨਾਭਾ ਦੇ ਜਿਹੜੇ ਹੈਗੇ ਸ਼ਾਸਕ ਰਿਪੂ ਦਮਨ ਸਿੰਘ ਨੂੰ ਬਿਨਾਂ ਕਿਸੇ ਕਾਰਨ ਦੇ ਗੱਦੀਓਂ ਲਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਦੇਸ਼ ਭਗਤ ਸਿੱਖਾਂ ਨੇ ਗੁਰਦੁਆਰਾ ਗੰਗਾਸਰ ਜੈਤੋ ਵਿਖੇ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ। 21 ਜਨਵਰੀ 1924 ਈਸਵੀ ਨੂੰ 500 ਅਕਾਲੀਆਂ ਦਾ ਜੱਥਾ ਗੁਰਦੁਆਰਾ ਗੰਗਾਸਰ ਜਿਹੜਾ ਹੈਗਾ ਵਾ ਲਈ ਰਵਾਨਾ ਹੋਇਆ। ਨਾਭਾ ਪਹੁੰਚਣ ਤੇ ਉਹਨਾਂ ਨੂੰ ਬ੍ਰਿਟਿਸ਼ ਫੌਜ ਦਾ ਜਿਹੜਾ ਹੈਗਾ ਸਾਹਮਣਾ ਕਰਨਾ ਪਿਆ। ਸਿੱਖ ਨਿਹੱਥੇ ਸਨ। ਸਿੱਟੇ ਵਜੋਂ 100 ਤੋਂ ਵੱਧ ਸਿੱਖ ਸ਼ਹੀਦ ਹੋਏ ਅਤੇ 200 ਦੇ ਕਰੀਬ ਜ਼ਖਮੀ ਹੋ ਗਏ। ਅੱਗੇ ਦੋਸਤੋ ਸਿੱਖ ਗੁਰਦੁਆਰਾ ਐਕਟ ਤਾਂ 1925 ਈਸਵੀ ਵਿੱਚ ਪੰਜਾਬ ਸਰਕਾਰ ਨੇ ਸਿੱਖ ਗੁਰਦੁਆਰਾ ਐਕਟ ਪਾਸ ਕੀਤਾ। ਠੀਕ ਹੈ ਜੀ। ਤਾਂ ਇਸ ਐਕਟ ਅਨੁਸਾਰ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹੱਥਾਂ ਵਿੱਚ ਆ ਗਿਆ। ਸਰਕਾਰ ਨੇ ਸਮਾਂ ਰਹਿੰਦੇ ਸਾਰੇ ਸਿੱਖਾਂ ਨੂੰ ਜੇਲ੍ਹਾਂ ਵਿੱਚੋਂ ਰਿਹਾ ਜਿਹੜਾ ਹੈਗਾ ਕਰ ਦਿੱਤਾ। ਤਾਂ 100 ਸਿੱਖਾਂ ਨੇ ਅਕਾਲੀ ਲਹਿਰ ਵਿੱਚ ਬਹੁਤ ਕੁਰਬਾਨੀਆਂ ਕੀਤੀਆਂ। ਇੱਕ ਪਾਸੇ ਉਹਨਾਂ ਨੇ ਅੰਗਰੇਜ਼ਾਂ ਦੇ ਹੱਥ ਦੀ ਜਿਹੜੀ ਹੈਗੀ ਕਠਪੁਤਲੀ ਬਣੇ ਮਹੰਤਾਂ ਤੋਂ ਜਿਹੜਾ ਹੈਗਾ ਦੋਸਤੋ ਗੁਰਧਾਮਾਂ ਨੂੰ ਬਚਾਇਆ ਅਤੇ ਦੂਜੇ ਪਾਸੇ ਭਾਰਤੀਆਂ ਵਿੱਚ ਅੰਗਰੇਜ਼ਾਂ ਵਿਰੁੱਧ ਨਫ਼ਰਤ ਦੀ ਭਾਵਨਾ ਪੈਦਾ ਕੀਤੀ ਜੋ ਆਜ਼ਾਦੀ ਦੀ ਪ੍ਰਾਪਤੀ ਤੱਕ ਜਾਰੀ ਰਹੀ। ਠੀਕ ਹੈ ਜੀ। ਤੇ ਦੋਸਤੋ ਹੁਣ ਅਗਰ ਤੁਹਾਡਾ ਹੈ ਭਾਗ ਕੱਕਾ ਵਾ, ਇਹ ਤੁਹਾਡਾ ਮੈਪ ਆ। ਠੀਕ ਹੈ ਜੀ, ਯਾਨੀ ਕਿ ਨਕਸ਼ਾ ਵਾ। ਤਾਂ ਇਸ ਤੋਂ ਬਾਅਦ ਤੁਹਾਡੇ ਸਾਰੇ ਹੀ ਪ੍ਰਸ਼ਨ ਖਤਮ ਨੇ। ਤਾਂ ਦੇਖ ਲਓ ਦੋਸਤੋ ਇਹਦੇ ਵਿੱਚ ਕੀ ਆ ਕਿ ਦਿੱਤੇ ਗਏ ਭਾਰਤ ਦੇ ਨਕਸ਼ੇ ਵਿੱਚ ਸਿੰਧ ਘਾਟੀ ਦੀ ਸਭਿਅਤਾ ਦੇ ਮੁੱਖ ਕੇਂਦਰ ਦਿਖਾਓ। ਠੀਕ ਹੈ ਜੀ। ਤੇ ਇਹਨਾਂ ਦੇ 20-25 ਸ਼ਬਦਾਂ ਦੇ ਵਿੱਚ ਤੁਸੀਂ ਵਿਆਖਿਆ ਵੀ ਕਰਨੀ ਆ। ਤਾਂ ਦੇਖ ਲਓ ਦੋਸਤੋ ਸਿੰਧੂ ਘਾਟੀ ਦੇ ਸਭਿਅਤਾ ਦਾ ਨਕਸ਼ਾ ਇਹ ਤੁਹਾਨੂੰ ਅਸੀਂ ਪੇਸ਼ ਕਰ ਰਹੇ ਹਾਂ। ਤਾਂ ਦੇਖ ਲਓ ਦੋਸਤੋ ਇਹਦੇ ਵਿੱਚ ਮੋਹਰਗੜ੍ਹ, ਹਰੱਪਾ, ਠੀਕ ਹੈ ਜੀ, ਮਹਿੰਜੋਦਾਰੋ ਤੇ ਸਰਜਬ, ਠੀਕ ਹੈ, ਜਿਹੜਾ ਹੈ ਤੁਹਾਡਾ ਸਰਸਬ ਦਿੱਤਾ ਹੈ, ਲੋਥਲ, ਠੀਕ ਹੈ ਜੀ, ਆਹ ਦਿੱਤੇ ਹੋਏ ਹਨ ਜਿਹੜੇ ਇਹਦੇ ਵਿੱਚ ਹੈਗੇ ਆ। ਠੀਕ ਹੈ ਜੀ। ਕਿਹਦੇ ਵਿੱਚ? ਸਿੰਧੂ ਘਾਟੀ ਦੀ ਸਭਿਅਤਾ ਦੇ ਹੜੱਪਾ ਅਤੇ ਮਹਿੰਜੋਦਾਰੋ ਦੇ ਵਿੱਚ। ਠੀਕ ਹੈ ਜੀ। ਤੇ ਆਹ ਹਿੰਦ ਮਹਾਸਾਗਰ ਇੱਥੇ ਆ ਦੋਸਤੋ। ਠੀਕ ਹੈ ਜੀ। ਤਾਂ ਸਿੰਧੂ ਘਾਟੀ ਦੀ ਸਭਿਅਤਾ ਨੂੰ ਦਰਸਾਉਂਦਾ ਨਕਸ਼ਾ ਦੋਸਤੋ ਜਿਵੇਂ ਕਿ ਹੜੱਪਾ, ਮਹਿੰਜੋਦਾਰੋ ਤੇ ਆਪਣਾ ਦੋਸਤੋ ਮੇਹਰਗੜ੍ਹ, ਲੋਥਲ ਮੌਜੂਦਾ ਦੇਸ਼ ਦੀਆਂ ਸੀਮਾਵਾਂ ਨਾਲ ਹੈ। ਠੀਕ ਹੈ ਜੀ। ਜੋ ਕਿ ਉੱਪਰ ਇਹਦੇ ਦੇਖ ਲਓ ਦੋਸਤੋ ਇਹ ਮੈਪ ਦੇ ਵਿੱਚ ਦਰਸਾਇਆ ਹੋਇਆ ਵਾ। ਠੀਕ ਹੈ ਜੀ। ਤਾਂ ਇਸ ਦਾ ਬਸ ਦੋਸਤੋ ਇੰਨਾ ਕੁ ਹੀ ਆ। ਮੈਪ ਚੰਗੀ ਤਰ੍ਹਾਂ ਇੱਕ ਵਾਰੀ ਤੁਸੀਂ ਦੇਖ ਲਓ। ਠੀਕ ਹੈ ਜੀ। ਤਾਂ ਇਹਦੀ ਵਿਆਖਿਆ ਵੀ ਦੋਸਤੋ ਥੋੜ੍ਹੀ ਜਿਹੀ ਕਰ ਦੇਣਾ, ਆਪਣੇ ਕੋਲੋਂ ਲਿਖ ਦਿਓ ਕਿ ਕੀ ਆ ਇਹ। ਠੀਕ ਹੈ ਜੀ। ਹੜੱਪਾ ਕੀ ਆ, ਮਹਿੰਜੋਦਾਰੋ ਕੀ ਆ, ਇਹ ਤੁਹਾਨੂੰ ਪਤਾ ਹੀ ਹੋਣਾ। ਸਿੰਧੂ ਘਾਟੀ ਕੀ ਆ, ਇਹਦੇ ਬਾਰੇ ਦੋਸਤੋ ਤੁਸੀਂ ਲਿਖ ਦੇਣਾ। ਅੱਗੇ ਹੈ ਦੋਸਤੋ ਤੁਹਾਡੇ ਦਿੱਤੇ ਗਏ ਭਾਰਤ ਦੇ ਨਕਸ਼ੇ ਵਿੱਚ ਅਕਬਰ ਦਾ ਜਿਹੜਾ ਹੈਗਾ ਵਾ ਸਾਮਰਾਜ ਦਿਖਾਓ। ਠੀਕ ਹੈ ਜੀ। ਤਾਂ ਅਕਬਰ ਦਾ ਜਿਹੜਾ ਹੈਗਾ ਸਾਮਰਾਜ ਦਿਖਾਉਣ ਲਈ ਕਿਹਾ ਗਿਆ ਵਾ। ਤਾਂ ਦੋਸਤੋ ਦੇਖੋ, ਹਾਂਜੀ, ਤਾਂ ਦੋਸਤੋ ਅਕਬਰ ਦਾ ਸਾਮਰਾਜ। ਠੀਕ ਹੈ ਜੀ। ਤਾਂ ਦੇਖੋ ਦੋਸਤੋ ਇਹਦੇ ਵਿੱਚ ਨਾ ਅਕਬਰ ਤੇ ਬਾਬਰ ਤੇ ਔਰੰਗਜ਼ੇਬ ਦੇ ਸਮੇਂ ਸਾਮਰਾਜ ਨੂੰ ਸ਼ਹਿਰਾਂ ਅਤੇ ਸੀਮਾਵਾਂ ਨਾਲ ਦਰਸਾਉਂਦਾ ਨਕਸ਼ਾ ਜਿੱਥੇ ਉਹ ਰਾਜ ਕਰਦੇ ਸਨ। ਤਾਂ ਇੱਥੇ ਦੋਸਤੋ ਮਿਕਸ ਆ। ਠੀਕ ਹੈ ਜੀ। ਔਰੰਗਜ਼ੇਬ ਦਾ ਵੀ ਆ। ਠੀਕ ਹੈ ਜੀ। ਤੇ ਆਪਣਾ ਦੋਸਤੋ ਕੌਣ? ਔਰੰਗਜ਼ੇਬ ਤੇ ਬਾਬਰ, ਅਕਬਰ ਬਾਬਰ ਦੋਨਾਂ ਦਾ, ਤਿੰਨਾਂ ਦਾ ਵਾ। ਠੀਕ ਹੈ ਜੀ। ਬਟ ਦੋਸਤੋ ਜੇ ਕੁਐਸਚਨ ਦੇ ਵਿੱਚ ਦੇਖੇ ਤਾਂ ਇੱਥੇ ਦਿੱਤਾ ਹੋਇਆ ਆਪਾਂ ਨੂੰ ਦਿੱਤੇ ਗਏ ਭਾਰਤ ਦੇ ਨਕਸ਼ੇ ਵਿੱਚ ਅਕਬਰ ਦੇ ਸਾਮਰਾਜ ਦਿਖਾਓ। ਅਕਬਰ ਦੇ ਸਾਮਰਾਜ ਦੀ ਗੱਲ ਹੋ ਰਹੀ ਆ। ਠੀਕ ਹੈ ਜੀ। ਸਿਰਫ ਜਿਹੜਾ ਹੈਗਾ ਇਹ ਵਾਲੇ ਦਾ। ਠੀਕ ਹੈ ਜੀ। ਤਾਂ ਦੋਸਤੋ ਇਹਦੇ ਵਿੱਚ ਦੇਖ ਲਓ ਕਿ ਕੀ ਹੈ। ਤਾਂ ਦੋਸਤੋ ਇੱਕ ਵਾਰੀ ਹਾਂ ਤੁਸੀਂ ਦੇਖ ਲਓ ਜਿਹੜੇ ਮੁਗਲ ਸਾਮਰਾਜ ਦਾ ਨਕਸ਼ਾ ਸੀਗਾ। ਠੀਕ ਹੈ ਜੀ। ਇੱਥੇ ਅਕਬਰ ਦਾ ਪੁੱਛਿਆ, ਹੁਣ ਅਕਬਰ ਦਾ ਦੋਸਤੋ ਇੱਥੇ ਪ੍ਰੋਪਰ ਦਿੱਤਾ ਨਹੀਂ ਹੋਇਆ। ਤੁਸੀਂ ਇਸ ਨੂੰ ਜਿਹੜਾ ਹੈਗਾ ਵਾ ਆਪਣੀ ਗਾਈਡ ਜਾਂ ਫਿਰ ਕਾਪੀ ਤੋਂ ਦੇਖ ਲੈਣਾ ਬਾਕੀ ਅਕਬਰ ਦੇ ਕਿਹੜੇ ਸੀਗੇ। ਫਿਰ ਉਹ ਤੁਸੀਂ ਜਿਹੜਾ ਹੈਗਾ ਇੱਥੇ ਟਿਕ ਜਿਹੜਾ ਹੈਗਾ ਜਦੋਂ ਤੁਹਾਨੂੰ ਨਕਸ਼ਾ ਵਗੈਰਾ ਮਿਲੂਗਾ ਤੁਸੀਂ ਉੱਥੇ ਭਰ ਦੇਣਾ ਵਾ। ਠੀਕ ਹੈ ਜੀ। ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ ਮੁਗਲ ਸਾਮਰਾਜ ਦਾ ਜਿਹੜਾ ਹੈਗਾ ਨਕਸ਼ਾ ਵਾ, ਜਿਹਦੇ ਵਿੱਚ ਦੋਸਤੋ ਮਿਕਸਅਪ ਆ ਅਕਬਰ ਦਾ ਵੀ। ਠੀਕ ਹੈ ਜੀ। ਕਿਉਂਕਿ ਆਪਣਾ ਨੂੰ ਅਕਬਰ ਦਾ ਪੁੱਛਿਆ ਸੀਗਾ ਇੱਥੇ। ਠੀਕ ਹੈ। ਬਟ ਦੋਸਤੋ ਇੱਥੇ ਜਿਹੜਾ ਹੈਗਾ ਵਾ ਇਹ ਮਿਕਸ ਆ। ਠੀਕ ਹੈ। ਬਾਬਰ, ਅਕਬਰ ਅਤੇ ਔਰੰਗਜ਼ੇਬ ਦਾ। ਠੀਕ ਹੈ ਜੀ। ਤਾਂ ਇਹ ਤੁਸੀਂ ਇਹ ਆਪਣੀ ਗਾਈਡ ਤੋਂ ਤੁਸੀਂ ਕਰ ਲੈਣਾ ਵਾ। ਤਾਂ ਦੋਸਤੋ ਇੱਥੇ ਹੀ ਆਪਣਾ ਇਹ ਜਿਹੜਾ ਪੇਪਰ ਸੀਗਾ ਸਾਰਾ ਹੀ ਸਮਾਪਤ ਹੋ ਗਿਆ। ਇਸ ਤੋਂ ਬਾਅਦ ਦੋਸਤੋ ਕੁਝ ਵੀ ਨਹੀਂ ਹੈਗਾ। ਠੀਕ ਹੈ ਜੀ। ਤੁਹਾਡੇ ਕਲਾਸ 11ਵੀਂ ਦਾ ਜੋ ਕਿ ਦੋਸਤੋ ਸਾਡੇ ਕੋਲ ਇੱਕ ਪੇਪਰ ਪਹੁੰਚਿਆ ਸੀਗਾ, ਅਸੀਂ ਸੋਲਵ ਕਰ ਲਿਆ ਵਾ। ਇਸ ਤੋਂ ਬਾਅਦ ਦੋਸਤੋ ਕੋਈ ਵੀ ਤੁਹਾਡਾ ਪ੍ਰਸ਼ਨ ਨਹੀਂ ਬਚਿਆ। ਪੂਰਾ ਦਾ ਪੂਰਾ ਅਸੀਂ 11ਵੀਂ ਕਲਾਸ ਇਤਿਹਾਸ ਦਾ ਪੇਪਰ ਪੂਰਾ ਸੋਲਵ ਕਰ ਲਿਆ ਵਾ। ਤਾਂ ਦੋਸਤੋ ਚਲੋ ਬਸ ਵੀਡੀਓ ਦੇ ਵਿੱਚ ਇੰਨਾ ਹੀ ਸੀਗਾ। ਪੂਰਾ ਪੇਪਰ ਅਸੀਂ ਸੋਲਵ ਕਰ ਚੁੱਕੇ ਹਾਂ। ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ। ਅਗਰ ਦੋਸਤੋ ਤੁਸੀਂ ਚਾਹੁੰਦੇ ਹੋ ਕਿ ਅਸੀਂ ਇੱਕ ਹੋਰ ਵੀਡੀਓ ਬਣਾਈਏ ਹਿਸਟਰੀ ਦੇ ਲਈ, ਠੀਕ ਹੈ ਜੀ, ਇਤਿਹਾਸ ਦੇ ਲਈ ਇੱਕ ਹੋਰ ਤੁਹਾਨੂੰ ਇਸ ਤਰ੍ਹਾਂ ਦਾ ਹੀ ਪੇਪਰ ਸੋਲਵ ਕਰਾਈਏ, ਤਾਂ ਦੋਸਤੋ ਤੁਸੀਂ ਮੈਨੂੰ ਪਾਰਟ 2 ਦੇ ਲਈ ਕਮੈਂਟ ਕਰ ਦਿਓ ਕਿ ਪਾਰਟ 2 ਬਣਾ ਦਿਓ ਸਰ। ਮੈਂ ਇੱਕ ਹੋਰ ਜਿਹੜਾ ਹੈਗਾ ਇਸੇ ਤਰ੍ਹਾਂ ਦਾ ਇੱਕ ਹੋਰ ਕੋਈ ਪੇਪਰ ਆਏਗਾ ਤਾਂ ਤੁਹਾਨੂੰ ਮੈਂ ਉਸ ਦੀ ਰਿਵੀਜ਼ਨ ਕਰਾ ਦੂੰਗਾ। ਠੀਕ ਹੈ ਜੀ। ਉਹ ਆਇਆ ਹੋਇਆ ਵਾ ਮੇਰੇ ਕੋਲ। ਅਗਰ ਤੁਸੀਂ ਚਾਹੁੰਦੇ ਹੋ ਕਿ ਉਹਦੀ ਰਿਵੀਜ਼ਨ ਵੀ ਤੁਹਾਨੂੰ ਕਰਾ ਦੇਵਾਂ ਤਾਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਜਿਹੜਾ ਹੈਗਾ ਕਮੈਂਟ ਕਰਕੇ ਦੱਸ ਦਿਓ। ਓਕੇ ਦੋਸਤੋ, ਚਲੋ ਠੀਕ ਹੈ ਜੀ।